ਗੁਰਬਚਨ ਸਿੰਘ ਭੁੱਲਰ ਦੀ ਪੁਸਤਕ ਦੀਵੇ ਵਾਂਗ ਬਲਦੀ ਅੱਖ ਦੀ ਕਹਾਣੀ ਹੈ ਚਗਲ। ਸੁਣਾ ਕੀ ਹਾਲ ਹੈ ਭਾਬੀ? ਮੈਂ ਉਹਦੇ ਕੋਲ ਪੀੜੀ ਉੱਤੇ ਬੈਠਦਿਆਂ ਸਰਾਣਾ ਕੱਢਦੀ ਮਹਿੰਦਰ ਨੂੰ ਕਿਹਾ। ਮੌਜ ਕਰਦੀ ਐ, ਹੁਣੇ ਗਈ ਐ ਇੱਥੋਂ। ਭਾਬੀ ਮੁਸਕਰਾਈ। ਉਹਦਾ ਨਹੀਂ ਸਰਦਾਰਨੀ, ਮੈਂ ਤੇਰਾ ਹਾਲ ਪੁੱਛਿਆ। ਸਾਡਾ ਹਾਲ ਕੌਣ ਪੁੱਛਦਾ ਹੈ ਗਰੀਬਾਂ ਦਾ। ਭਾਬੀ ਨੇ ਬਨੌਟੀ ਹੌਕਾ ਲਿਆ ਤੇ ਅਸੀਂ ਦੋਵੇਂ ਹੱਸ ਪਏ। ਵੇ ਗੱਲ ਸੁਣ ਵੇ। ਭਾਬੀ ਨੇ ਸੂਈ ਸਰਾਣੇ 'ਚ ਟੰਗ ਕੇ ਮੇਰੇ ਮੱਥੇ ਉੱਤੇ ਪਏ ਪੱਗ ਦੇ ਨਿਸ਼ਾਨ ਵੇਖਦਿਆਂ ਕਿਹਾ, ਬਿੰਦ ਘਰ ਬੈਠ ਕੇ ਆਰਾਮ ਨਹੀਂ ਸੀ ਕਰੀਂਦਾ? ਦੱਸ ਕੋ ਤੂੰ ਮਰਦਾ ਆਇਆ, ਕਿੰਨੇ ਦਿਨ ਘਰੋਂ ਗਏ ਨੂੰ ਹੋ ਗਏ? ਆਉਂਦਾ ਹੀ ਉਹਦਾ ਪਤਾ ਲੈਣ ਇੱਧਰ ਨੂੰ ਭੱਜਿਆ। ਉਹ ਕਿੱਧਰ ਨੂੰ ਭੱਜਿਆ ਭਾਬੀ? ਐਵੇਂ ਰੌਲਾ ਪਾਈ ਜਾਂਦੀ ਹੈ। ਮੈਂ ਸੋਚਿਆ ਮੁੜਕਾ ਸੁਕਾਵਾਂ ਤੁਰ ਫਿਰ ਕੇ। ਮੈਂ ਬਹਾਨਾ ਕੀਤਾ। ਅਸਲ 'ਚ ਗਿਆ ਮੈਂ ਸੁਰਜੀਤ ਦੀ ਖਬਰਸਾਰ ਲੈਣੀ ਸੀ। ਇੱਕ ਗੱਲ ਪੁੱਛਾਂ ਜੇ ਗੁੱਸਾ ਨਾ ਕਰੇ? ਭਾਬੀ ਇੱਕਦਮ ਚੰਚਲ ਤੋਂ ਗੰਭੀਰ ਹੋ ਗਈ। ਗੁੱਸਾ ਕਾਹਦਾ ਭਾਬੀ? ਪੁੱਛ। ਮੈਂ ਕਦੋਂ ਦੀ ਪੁੱਛਣ ਕਰਦੀ ਸੀ। ਜਦੋਂ ਮਰਜ਼ੀ ਪੁੱਛ ਲੈਂਦੀ, ਇਹਦੇ 'ਚ ਕੀ ਸੀ? ਵੇ ਤੂੰ ਭਲਾ ਇਹਦੇ ਉੱਤੇ ਕੀ ਰਿੱਝਿਆ ਵੱਡਾ ਚਤਰ? ਭਾਬੀ ਨੇ ਨੱਕ ਚਾੜ ਕੇ ਕਿਹਾ। ਹੋਰ ਤੇਰੇ ਉੱਤੇ ਰੀਝਦਾ? ਮੈਂ ਗੱਲ ਹਾਸੇ 'ਚ ਪਾਉਣੀ ਚਾਹੀ। ਵੇ ਮੇਰੀ ਹੁਣ ਸੁਆਹ ਉਮਰ ਹੈ ਰੀਝਣ ਰਝਾਉਣ ਦੀ। ਗੱਲ ਤਾਂ ਇਉਂ ਹੈ ਬਈ ਜੇ ਡੁੱਲਣਾ ਹੀ ਸੀ ਕਿਸੇ ਚੰਗੀ ਥਾਂ ਡੁੱਲਦਾ। ਸਿਆਣੇ ਕਾਂ ਵਾਲੀ ਗੱਲ ਹੈ ਤੇਰੀ ਤਾਂ। ਮਹਿੰਦਰ ਭਾਬੀ ਨੇ ਬੁੱਲ ਮਰੋੜੇ। ਜਿਹੜਾ ਗੋਹੇ ਉੱਤੇ ਡਿੱਗਦਾ। ਕਿਉਂ ਭਾਬੀ, ਇਹ ਮਾੜੀ ਏ? ਫੁੱਲ ਵਰਗੀ ਤਾਂ ਪਈ ਐ। ਮੈਂ ਹੱਸਿਆ। ਫੁੱਲ ਵਰਗੀ ਐ ਸੁਆਹ, ਸੱਤੀ ਥਾਈਂ ਗੇੜੇ ਖਾ ਕੇ ਆਈ ਚਗਲ। ਮਹਿੰਦਰ ਭਾਬੀ ਨੇ ਨੱਕ ਚਾੜਿਆ। ਭਾਬੀ ਦੀ ਅੰਤਲੀ ਗੱਲ ਸੁਣ ਕੇ ਮੈਨੂੰ ਸੱਟ ਜੀ ਲੱਗੀ। ਮੇਰਾ ਉੱਥੇ ਹੋਰ ਖਲੋਣ ਨੂੰ ਜੀ ਨਾ ਕੀਤਾ। ਤੁਰਨ ਲੱਗਿਆ ਮੈਂ ਕਿਹਾ, ਤੈਨੂੰ ਪਰਖ ਨਹੀਂ ਭਾਬੀ, ਉਹ ਹੁਣ ਇਹੋ ਜਿਹੀ ਨਹੀਂ ਰਹੀ। ਵੇ ਕਦੇ ਡੰਗਰ ਦੀ ਰੱਸੇ ਚੱਬਣ ਦੀ ਆਦਤ ਜਾਂਦੀ ਹੁੰਦੀ ਹੈ। ਉਹਨੇ ਆਪਣਾ ਸ਼ੱਕ ਸਾਫ਼-ਸਾਫ਼ ਕਹਿ ਦਿੱਤਾ। ਗੱਲ ਕੋਈ ਵੀ ਅਣਹੋਣੀ ਨਹੀਂ ਹੁੰਦੀ ਭਾਬੀ, ਤੇ ਪੰਜੇ ਉਂਗਲਾਂ ਕਦੇ ਬਰਾਬਰ ਨਹੀਂ ਹੁੰਦੀਆਂ। ਵੇ ਤੂੰ ਘੋਗਾ ਹੈ, ਸਾਹਮਣੇ ਬੈਠ ਕੇ ਹੌਕੇ ਲੈਂਦਾ ਰਹਿਣ ਵਾਲਾ। ਕੋਈ ਹੋਰ ਬੰਦਾ ਹੁੰਦਾ, ਉਹਨੂੰ ਤਾਂ ਹੁਣ ਵੀ ਕੋਈ ਉਜਰ ਨਹੀਂ ਸੀ ਹੋਣਾ। ਚੰਗਾ ਭਾਬੀ, ਮੈਂ ਚੱਲਦਾ, ਜਾ ਕੇ ਪਿੰਡੇ ਪਾਣੀ ਪਾ ਲਵਾਂ। ਤੇ ਮੈਂ ਉੱਥੋਂ ਤੁਰ ਆਇਆ। ਘਰ ਆ ਕੇ ਮੈਂ ਨਹਾ ਕੇ ਚੁਬਾਰੇ 'ਚ ਲੰਮਾ ਪੈ ਗਿਆ। ਦਿਲ ਬੇਸੁਆਦਾ ਜਿਹਾ ਹੋਇਆ ਪਿਆ ਸੀ। ਮੈਨੂੰ ਮੁੜ-ਮੁੜ ਸੁਰਜੀਤ ਦਾ ਤੇ ਭਾਬੀ ਦੀ ਉਹਦੇ ਬਾਰੇ ਕਹੀ ਹੋਈ ਗੱਲ ਦਾ ਖਿਆਲ ਆਈ ਜਾਂਦਾ ਸੀ। ਅਨਪੜ੍ਹ ਪੇਂਡੂ ਔਰਤ ਮਹਿੰਦਰ ਦੀ ਇਹ ਗੱਲ ਆਪਣੀ ਥਾਂ ਠੀਕ ਸੀ ਕਿ ਉਹ ਕਿੰਨੇ ਥਾਈਂ ਗੇੜੇ ਖਾ ਕੇ ਪਹਾੜੀ ਦੇ ਸਿਖਰੋਂ ਰੂੜੀ ਚੀਜ਼ ਦੇ ਕਿਸੇ ਪੱਥਰ ਨਾਲ ਅਟਕ ਕੇ ਖਲੋ ਜਾਣ ਵਾਂਗ ਇੱਥੇ ਕੈਲੇ ਕੋਲ ਟਿਕ ਗਈ ਸੀ। ਪਰ ਇਹ ਕੌਣ ਵੇਖਦਾ ਹੈ ਕਿ ਸਭ ਕੁਝ ਵਿੱਚ ਉਹਦਾ ਦੋਸ਼ ਕਿੰਨਾ ਕੁ ਹੈ? ਮੇਰੇ ਤੇ ਉਹਦੇ ਇੱਕ ਦੂਜੇ ਨਾਲ ਕੀ ਸਬੰਧ ਸੀ? ਇੱਕ ਮਿੱਧੀ ਹੋਈ ਔਰਤ ਨਾਲ ਹਮਦਰਦੀ ਦੇ ਸਬੰਧ। ਸਧਾਰਨ ਸੋਚਣੀ ਵਾਲੀ ਮਹਿੰਦਰ ਇਹ ਸਭ ਕੁਝ ਕਿਵੇਂ ਅਨੁਭਵ ਕਰ ਸਕਦੀ ਸੀ? ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਏ, ਭੁੱਲਿਆ ਕਾਹਦਾ? ਕੈਲੇ ਕੋਲ ਆਉਣ ਪਿੱਛੋਂ ਕਿਸੇ ਨੇ ਉਹਦਾ ਕੁਝ ਵੀ ਮੰਦਾ ਨਹੀਂ ਸੀ ਵੇਖਿਆ। ਉਹਦੀ ਕੱਚੀ ਉਮਰੇ ਉਸ ਨਾਲ ਬੀਤੀ ਵਿੱਚ ਸ਼ਾਇਦ ਉਹ ਨਿਰਦੋਸ਼ ਹੋਵੇ। ਗੱਲ ਆਖਰ ਹਾਲਾਤ ਦੇ ਫਰਕ ਦੀ ਹੈ। ਕੋਈ ਚਗਲ ਬਣ ਜਾਂਦੀ ਹੈ, ਕੋਈ ਦੇਵੀ। ਸਮੇਂ ਦੀ ਹਨੇਰੀ ਨੇ ਠੀਕ ਹੀ ਸੁਰਜੀਤ ਨੂੰ ਕਦੀ ਕਿਸੇ ਝਾੜੀ 'ਚ ਉਲਝਾਇਆ ਸੀ, ਕਦੀ ਕਿਸੇ ਟੋਏ 'ਚ ਸੁੱਟਿਆ ਸੀ। ਉਹਦੇ ਆਪਣੇ ਵੱਸ ਜਿਵੇਂ ਕੁਝ ਰਹਿ ਹੀ ਨਹੀਂ ਸੀ ਗਿਆ। ਮੈਂ ਸੁਰਜੀਤ ਨੂੰ ਸਮਝਦਾ ਸੀ ਤੇ ਮਹਿੰਦਰ ਭਾਬੀ ਦੀ ਸੋਚਣੀ ਵੀ ਮੇਰੀ ਸਮਝ ਪੈਂਦੀ ਸੀ। ਫਿਰ ਵੀ ਦਿਲ ਬੇਸੁਆਦਾ ਹੋਇਆ ਪਿਆ ਸੀ। ਕਿੰਨਾ ਹੀ ਚਿਰ ਮੈਂ ਮੰਜੇ ਉੱਤੇ ਪਿਆ ਪਾਸੇ ਲੈਂਦਾ ਰਿਹਾ। ਸੁਰਜੀਤ ਦਾ ਆਪਣੇ ਮੂੰਹੋਂ ਦੱਸਿਆ ਬੀਤਿਆ ਮੇਰੇ ਸਾਹਮਣੇ ਘੁੰਮਦਾ ਰਿਹਾ। ਉਹਦੇ ਵੈਲੀ ਐਬੀ ਪਿਓ ਦਾ ਕਿਸੇ ਕੋਲੋਂ ਨੂੰ ਪੈਸੇ ਲੈ ਕੇ ਵਿਆਹੁਣਾ, ਫਿਰ ਕਈ ਥਾਂ ਅਗਾਂਹ ਦੀ ਅਗਾਂਹ ਵੇਚੇ ਜਾਣਾ ਤੇ ਅੰਤ ਨੂੰ ਮੁੱਲ ਲੈ ਆਉਣਾ। ਕੈਲੇ ਦਾ ਉਹਨੂੰ ਅਗਾਂਹ ਤੋਰਨ ਦਾ ਤਾਂ ਕੋਈ ਇਰਾਦਾ ਨਹੀਂ ਸੀ, ਪਰ ਉਹਦੇ ਦਿਲ 'ਚ ਉਸ ਪ੍ਰਤੀ ਮੋਹ ਵੀ ਬਹੁਤਾ ਨਹੀਂ ਸੀ। ਕਈ ਵਾਰ ਉਹ ਨਸ਼ਾ ਪੀ ਕੇ ਐਵੇਂ ਰੋਹ ਪਾਉਣ ਲਈ ਡੰਡਾ ਚੁੱਕ ਲੈਂਦਾ ਤੇ ਕਿਸੇ ਨਿੱਕੀ ਮੋਟੀ ਗੱਲ ਦੇ ਬਹਾਨੇ ਪੀਤੀ ਹੋਈ ਘੁੱਟ ਉਸ ਉੱਤੇ ਖਰੀ ਕਰ ਲੈਂਦਾ। ਇੱਕ ਦਿਨ ਮੈਂ ਕੈਲੇ ਕੋਲ ਕਿਸੇ ਕੰਮ ਗਿਆ ਤਾਂ ਉਹਨੇ ਮੈਨੂੰ ਮੱਲੋ ਜੋਰੀ ਮੰਜੇ ਤੇ ਬਿਠਾ ਕੇ ਚਾਹ ਰਖਵਾਤੀ। ਚਾਹ ਪੀਂਦਿਆਂ ਮੈਂ ਝਿਜਕ ਜਿਹੀ ਨਾਲ ਉਹਨੂੰ ਆਖਿਆ ਕਿ ਉਹਨੂੰ ਹਰਤੇ ਕਰਤੇ ਸੁਰਜੀਤ ਦੀ ਮਾਰਕੁੱਟ ਨਹੀਂ ਕਰਨੀ ਚਾਹੀਦੀ, ਦੁਨੀਆ ਤਮਾਸ਼ਾ ਵੇਖਦੀ ਹੈ। ਉਹ ਦੋਸ਼ੀਆਂ ਵਾਂਗ ਝਿਪਦਾ ਬਾਈ ਕਰਕੇ ਉਜਰ ਕਰਨ ਲੱਗ ਪਿਆ ਤੇ ਮੇਰਾ ਹੌਸਲਾ ਹੋਰ ਵੱਧ ਗਿਆ। ਅਸੀਂ ਚਾਹ ਪੀਂਦੇ ਰਹੇ, ਗੱਲਾਂ ਕਰਦੇ ਰਹੇ। ਉਹਨੂੰ ਮੇਰੀਆਂ ਗੱਲਾਂ ਠੀਕ ਲੱਗੀਆਂ ਜਾਪਦੀਆਂ ਸਨ। ਉੱਠਣ ਲੱਗਿਆ ਮੈਂ ਉਹਦੇ ਮੋਢੇ ਤੇ ਹੱਥ ਰੱਖ ਕੇ ਕਿਹਾ, ਕੈਲਿਆ, ਐਵੇਂ ਬਗਾਨੇ ਲੋਕਾਂ ਨੂੰ ਤਮਾਸ਼ਾ ਨਹੀਂ ਵਿਖਾਈਦਾ ਤੇ ਆਪਣੇ ਘਰੇ ਕਲੇਸ਼ ਨਹੀਂ ਪਾਈਦਾ। ਰਲ ਮਿਲ ਕੇ ਸੋਹਣੇ ਦਿਨ ਕੱਟੋ। ਇਹ ਤੋਂ ਪਹਿਲਾਂ ਸੁਰਜੀਤ ਨਾਲ ਮੇਰੀ ਜ਼ਬਾਨ ਕਦੇ ਸਾਂਝੀ ਨਹੀਂ ਸੀ ਹੋਈ। ਤੀਜੇ ਚੌਥੇ ਦਿਨ ਉਹ ਗਲੀ 'ਚ ਮਿਲੀ ਤੇ ਅੱਗਾ ਪਿੱਛਾ ਦੇਖਦਿਆਂ ਪੈਰ ਮਲ ਕੇ ਬੋਲੀ, ਜੀ ਗੱਲ ਸੁਣਿਓ। ਮੈਂ ਸੰਗ ਜਿਹਾ ਗਿਆ ਤੇ ਆਲੇ ਦੁਆਲੇ ਵੇਖ ਕੇ ਖਲੋ ਗਿਆ। ਤੁਹਾਡੀਆਂ ਉਸ ਦਿਨ ਦੀਆਂ ਗੱਲਾਂ ਮੇਰੇ ਵੀ ਕੰਨੀ ਪੈ ਗਈਆਂ ਸੀ। ਅੱਗੇ ਨਾਲੋਂ ਬੜਾ ਫਰਕ ਪੈ ਗਿਆ ਸੀ। ਤੁਸੀਂ ਉਹਨੂੰ ਮੱਤ ਦਿਆ ਕਰੋ ਜੇ ਭਲਾ। ਤੇ ਫਿਰ ਉਹ ਮੈਨੂੰ ਸਿਆਣਾ ਬੰਦਾ ਸਮਝ ਕੇ ਮੇਰੇ ਨੇੜੇ ਆਉਂਦੀ ਗਈ। ਮੇਰੀ ਹਮਦਰਦੀ ਨੂੰ ਸਹਾਰਾ ਬਣਾ ਕੇ
ਉਹਨੇ ਸਾਰਾ ਦਿਲ, ਸਾਰਾ ਦੁੱਖ ਸੁੱਖ ਮੇਰੇ ਅੱਗੇ ਖੋਲ ਧਰਿਆ। ਕਦੇ ਉਹਨੂੰ ਕੋਈ ਔਖ ਹੁੰਦੀ, ਕਦੇ ਉਹਨੂੰ ਕੈਲਾ ਫੇਰ ਮਾਰਦਾ, ਉਹ ਮੇਰੇ ਕੋਲ ਮਨ ਹੌਲਾ ਕਰ ਲੈਂਦੀ। ਉਹਦੀਆਂ ਗੱਲਾਂ ਸੋਚਦੀ ਹੀ ਪਤਾ ਨਹੀਂ ਕਦੋਂ ਮੇਰੀ ਅੱਖ ਲੱਗ ਗਈ, ਪਰ ਨੀਂਦ ਵੀ ਬਹੁਤੇ ਚੈਨ ਨਾਲ ਨਾ ਆਈ। ਜਦੋਂ ਮੈਨੂੰ ਜਾਗ ਆਈ, ਅੱਧ ਆਈ ਨੀਂਦ ਨਾਲ ਜਾਂ ਸ਼ਾਇਦ ਕਿਸੇ ਹੋਰ ਗੱਲੋਂ ਮੇਰਾ ਮੱਥਾ ਪਾਟ ਰਿਹਾ ਸੀ, ਅੱਖਾਂ ਮੱਚ ਰਹੀਆਂ ਸਨ। ਮਹਿੰਦਰ ਭਾਬੀ ਦੇ ਕਹੇ ਬੋਲ ਮੇਰੇ ਜ਼ਿਹਨ 'ਚ ਅਜੇ ਤੱਕ ਠੱਕ ਠੱਕ ਵੱਜ ਰਹੇ ਸਨ। ਮੱਥੇ ਨੂੰ ਸੱਜੇ ਹੱਥ ਨਾਲ ਘੁੱਟਦਿਆਂ ਮੈਂ ਬਾਰੀ 'ਚੋਂ ਬਾਹਰ ਵੇਖਿਆ। ਸੂਰਜ ਮੱਠਾ ਪੈ ਕੇ ਢਲ ਚੱਲਿਆ ਸੀ। ਸਿਰ ਦੁਖਦੇ ਦੀ ਕੋਈ ਗੋਲੀ ਲੱਭਣ ਲਈ ਮੈਂ ਅਲਮਾਰੀ ਫਰੋਲਣ ਲੱਗਿਆ। ਚੁਬਾਰੇ ਦਾ ਬਾਰ ਖੁੱਲਿਆ ਤੇ ਬਾਹਰਲੇ ਘਰ ਵਾਲਿਆਂ ਦਾ ਜੀਤਾ ਅੰਦਰ ਆਉਂਦਾ ਹੋਇਆ ਬੋਲਿਆ, ਬਾਈ ਸਤਿ ਸ੍ਰੀ ਅਕਾਲ। ਮੈਂ ਤੈਨੂੰ ਸਾਈਕਲ ਤੇ ਆਉਂਦੇ ਨੂੰ ਵੇਖ ਲਿਆ ਸੀ। ਮੇਰੇ ਹਾਲ ਪੁੱਛਣ ਦੇ ਜਵਾਬ 'ਚ ਬੋਲਿਆ, ਹਾਲ ਆਪਣੇ ਕੀ ਪੁੱਛਦਾ, ਉਹ ਬਸ ਕਾਟੋ ਫੁੱਲਾਂ ਉੱਤੇ ਖੇਡਦੀ ਹੈ। ਬਾਈ ਕਿੱਦਾਂ ਦਾ ਜੀ ਕਰਦਾ ਸੀ ਤੇਰੀ ਸੇਵਾ ਕਰਨ ਨੂੰ। ਤੇ ਉਹਨੇ ਚਾਦਰੇ ਦੇ ਡੱਬ 'ਚੋਂ ਕੱਢ ਕੇ ਅਧੀਆ ਸਟੂਲ ਤੇ ਰੱਖ ਦਿੱਤਾ। ਰਾਤ ਕੱਢੀ ਸੀ, ਕੰਗੋ ਦੀ ਕਟੋਰੇ ਵਰਗੀ ਆ। ਇਹ ਦਸਵਾਂ ਦਸਾਉਣ ਤੇਰੀ ਨਿਮਿਤ ਹੈ ਬਾਈ। ਉਹ ਮੇਰੇ ਮੂੰਹ 'ਚ ਭਿੱਜ ਕੇ ਗਦਗਦ ਹੋਇਆ ਬੈਠਾ ਸੀ। ਤੈਨੂੰ ਪਤਾ ਜੀਤਿਆ, ਮੈਨੂੰ ਪੀਣ ਦਾ ਕੋਈ ਬਹੁਤਾ ਸ਼ੌਕ ਨਹੀਂ। ਮੈਂ ਉਹਦੇ ਰੱਖੇ ਅਧੀਏ ਵੱਲ ਵੇਖਦਿਆਂ ਕਿਹਾ, ਪਰ ਮੈਨੂੰ ਤਾਂ ਪਿਆਉਣ ਦਾ ਸ਼ੌਕ ਹੈ। ਬਾਈ ਤੂੰ ਨਾ ਕਿਵੇਂ ਕਰ ਦੇਂਗਾ? ਜਾ ਕੌਲੀ ਤੇ ਪਾਣੀ ਦੀ ਗੜਵੀ ਲਿਆ। ਉਹਨੇ ਅਧੀਏ ਦਾ ਢੱਕਣ ਢਿੱਲਾ ਕਰਨਾ ਸ਼ੁਰੂ ਕੀਤਾ। ਜੀਤੇ ਅੱਜ ਰਹਿਣ ਦੇ, ਫੇਰ ਕਦੇ ਸਹੀ। ਚੰਗਾ, ਮੈਨੂੰ ਤਾਂ ਨਹੀਂ ਦੰਦੀ ਵੜਦੀ, ਮੇਰੇ ਵਾਸਤੇ ਤਾਂ ਕੌਲੀ ਲਿਆ ਦੇ। ਮੈਂ ਅਲਮਾਰੀ 'ਚੋਂ ਸ਼ੀਸ਼ੇ ਦਾ ਗਲਾਸ ਉਹਨੂੰ ਫੜਾਇਆ ਤੇ ਹੇਠਾਂ ਤੋਂ ਪਾਣੀ ਦੀ ਗੜਵੀ ਲੈ ਆਇਆ। ਗਲਾਸ 'ਚ ਪਾ ਕੇ ਉਹਨੇ ਮੇਰੇ ਵੱਲ ਕੀਤੀ। ਮੈਂ ਮੱਥਾ ਦੁਖਣ ਦਾ ਬਹਾਨਾ ਕੀਤਾ ਤੇ ਹੋਰ ਵੀ ਸਿਰ ਹੋ ਗਿਆ। 5 ਰਤਨੀ ਉਹਦੇ ਕਹਿਣ ਅਨੁਸਾਰ ਸਭੇ ਰੋਗਾਂ ਦੀ ਦਾਰੂ ਸੀ। ਗਲਾਸ ਖਾਲੀ ਕਰਕੇ ਮੈਂ ਉਹਨੂੰ ਮੋੜ ਦਿੱਤਾ। ਤਕੜਾ ਹਾੜਾ ਚਾੜ ਕੇ ਉਹ ਕਿੰਨਾ ਹੀ ਚਿਰ ਮੁੱਛਾਂ ਨੂੰ ਵੱਟ ਦਿੰਦਾ ਰਿਹਾ ਤੇ ਫਿਰ ਅਧੀਆ ਚੱਕ ਕੇ ਬੋਲਿਆ, ਲੈ ਬਾਈ, ਨਹੀਂ ਤੂੰ ਪਾ, ਮੈਂ ਨਹੀਂ ਅਜੇ ਹੋਰ ਪੀਣੀ। ਮੈਂ ਨਾ ਕੀਤੀ। ਲੈ ਫਿਰ ਮੈਂ ਤਾਂ ਘੁੱਟ ਲੈ ਕੇ ਖੇਤ ਨੂੰ ਜਾਣਾ, ਉੱਥੇ ਹੋਰ ਬਥੇਰੀ ਪਈ ਆ। ਉਹ ਦੂਜਾ ਹਾੜਾ ਲੈ ਕੇ ਤੁਰ ਪਿਆ। ਬਾਰ ਕੋਲ ਜਾ ਕੇ ਉਹ ਮੁੜਿਆ ਤੇ ਹੌਲੀ ਆਵਾਜ਼ 'ਚ ਬੋਲਿਆ, ਬਾਈ ਐਵੇਂ ਅਧੀਆ ਜਿਹਾ ਨਾ ਸਮਝ ਲਈ, ਪਹਿਲੇ ਤੋੜਦੀ ਐ। ਚੰਗਾ ਬਾਈ, ਸਤਿ ਸ੍ਰੀ ਅਕਾਲ। ਮੈਨੂੰ ਲੱਗਿਆ ਸਿਰ ਦਰਦ ਸੱਚੀਓ ਘਟ ਚੱਲਿਆ ਸੀ। ਮੈਂ ਥੋੜੀ ਜਿਹੀ ਹੋਰ ਪਾ ਲਈ ਤੇ ਕੱਪੜੇ ਪਾ ਕੇ ਖੇਤਾਂ ਦੀ ਖੁੱਲੀ ਹਵਾ ਲੈਣ ਤੁਰ ਪਿਆ। ਰਾਹ 'ਚ ਮਹਿੰਦਰ ਭਾਬੀ ਦੇ ਘਰ ਝਾਤ ਮਾਰੀ ਤਾਂ ਉਹ ਕੁਦਰਤੀ ਫੇਰ ਕੱਲੀ ਸੀ। ਭਾਬੀ ਮਖੌਲ ਦੀ ਗੱਲ ਨਹੀਂ, ਅੱਜ ਮੈਨੂੰ ਮਿਲਾ ਦੇ ਇੱਕ ਵਾਰ, ਮੈਂ ਨੀਵੀਂ ਪਾ ਕੇ ਕਿਹਾ। ਪਰ ਮੂੰਹ ਇਉਂ ਕਿਉਂ ਕੀਤਾ? ਭਾਬੀ ਨੇ ਮੇਰੀ ਉਦਾਸੀ ਤਾੜ ਲਈ। ਅੱਜ ਮੈਂ ਭਾਬੀ ਉਹਦੇ ਨਾਲ ਇੱਕ ਗੱਲ ਕਰਨੀ ਹੈ। ਅੱਜ ਕੋਈ ਨਵੀਂ ਗੱਲ ਹੈ? ਅੱਜ ਮੈਂ ਨਿਬੇੜਾ ਕਰਨਾ ਹੈ। ਮੈਂ ਘੋਗਾ ਜਿਵੇਂ ਤੂੰ ਆਖਦੀ ਹੈ, ਜਾਂ ਉਹ ਸੱਚੀਓ ਹੁਣ ਪਹਿਲਾਂ ਵਾਲੀ ਨਹੀਂ ਰਹੀ? ਦੱਸ ਭਾਬੀ, ਸਾਨੂੰ ਮਿਲਾਏਂਗੀ ਅੱਜ? ਜੇ ਮਿਲਾ ਦਿਆਂ ਮੰਨੇ? ਭਾਬੀ ਦੀਆਂ ਸੁਰਮੀਲੀਆਂ ਅੱਖਾਂ 'ਚ ਸ਼ਰਾਰਤ ਨੱਚ ਉੱਠੀ। ਮੰਨਾ ਭਾਬੀ, ਮੰਨਾ, ਸਾਰੀ ਉਮਰ ਮੰਨਾ, ਪਰ ਤੂੰ ਮੇਰੀ ਗੱਲ ਨੂੰ ਮਖੌਲ 'ਚ ਨਾ ਪਾ। ਮੈਂ ਤਰਲਾ ਕੀਤਾ। ਲੈ ਫਿਰ ਅੱਜ ਰਾਤ ਤੇਰੇ ਬਾਈ ਨੇ ਪਾਣੀ ਲਾਉਣ ਜਾਣਾ ਹੈ। ਮੈਂ ਇਸੇ ਬਹਾਨੇ ਉਹਦੇ ਘਰਦਿਆਂ ਨੂੰ ਆਖ ਕੇ ਚੁਬਾਰੇ 'ਚ ਆਪਦੇ ਕੋਲ ਪਾਉਣ ਖਾਤਰ ਲੈ ਆਉਂ। ਭਾਬੀ ਨੇ ਜੁਗਤ ਦੱਸੀ ਤੇ ਮੈਂ ਉਹਨੂੰ ਪੱਕੀ ਕਰਕੇ ਖੇਤਾਂ ਵੱਲ ਹੋ ਤੁਰਿਆ। ਮੁੜਦੇ ਨੂੰ ਤਾਰੇ ਨਿਕਲ ਆਏ ਸੀ। ਅਧੀਏ 'ਚੋਂ 2 ਕੁ ਘੁੱਟਾਂ ਮੈਂ ਹੋਰ ਪਾਈਆਂ ਤੇ ਰੋਟੀ ਅੱਧ ਖਾਧੀ ਜੀ ਕਰਕੇ ਮੰਜੀ ਤੇ ਲੰਮਾ ਪੈ ਗਿਆ। ਕਿੰਨਾ ਹੀ ਚਿਰ ਮੈਂ ਪਾਸੇ ਭੰਦਾ ਤੇ ਬਿੜਕਾਂ ਲੈਂਦਾ ਪਿਆ ਰਿਹਾ। ਰਾਤ ਸੰਘਣੀ ਹੋ ਗਈ ਸੀ ਜਦੋਂ ਮਹਿੰਦਰ ਭਾਬੀ ਮੈਨੂੰ ਖੰਘਦੀ ਹੋਈ ਸੁਣੀ। ਦਿਨ ਵੇਲੇ ਮੈਨੂੰ ਉਹਨੇ ਇਹੋ ਇਸ਼ਾਰਾ ਦੱਸਿਆ ਸੀ। ਮੈਂ ਜੰਗਲਾ ਟੱਪ ਕੇ ਭਾਬੀ ਦੇ ਚੁਬਾਰੇ 'ਚ ਜਾ ਵੜਿਆ। ਸੁਰਜੀਤ ਮੰਜੇ ਤੇ ਲੰਮੀ ਪਈ ਸੀ। ਮੈਨੂੰ ਵੇਖ ਕੇ ਉਹ ਬੈਠੀ ਹੋ ਗਈ। ਉਹ ਖਿੜੀ ਪਈ ਸੀ, ਉਹਦੇ ਬੁੱਲ ਫਰ ਕੇ। ਸ਼ਾਇਦ ਉਹ ਕੁਝ ਕਹਿਣ ਲੱਗੀ ਸੀ ਤੇ ਮਹਿੰਦਰ ਤੋਂ ਸੰਗ ਗਈ। ਸੁਣਾ ਤਕੜੀ ਐ? ਮੈਂ ਸੁਖਸੰਦ ਪੁੱਛੀ। ਟਾਲੀ ਵਰਗੀ ਐ, ਮਹਿੰਦਰ ਭਾਬੀ ਵਿੱਚੋਂ ਹੀ ਬੋਲ ਪਈ। ਤੈਨੂੰ ਕੋਈ ਬੁਲਾਉਂਦਾ? ਮੈਂ ਭਾਬੀ ਨੂੰ ਚੜਾਇਆ। ਉਹ ਮੈਨੂੰ ਪਤਾ ਹੈ, ਮੈਂ ਤਾਂ ਹੁਣ ਕੋਲ ਬੈਠੀ ਵਿਓ ਵਰਗੀ ਲੱਗਦੀ ਆ। ਲੈ ਤੂੰ ਕਚੀਚੀਆਂ ਨਾ ਲੈ ਸਰਦਾਰਾ, ਮੈਂ ਤਾਂ ਦੁੱਧ ਬਾਅਦ ਸਾਂਭਣ ਚੱਲੀ ਆ। ਮਹਿੰਦਰ ਨੇ ਹੱਥ ਬੰਨੇ ਤੇ ਚੁਬਾਰੇ ਦਾ ਬਾਰ ਭੇੜ ਕੇ ਪੌੜੀਆਂ ਉਤਰ ਗਈ। ਸੱਚੀ ਮਹਿੰਦਰ ਭੈਣ ਕਿੰਨੀ ਚੰਗੀ ਹੈ, ਸੁਰਜੀਤ ਨੇ ਆਖਿਆ। ਕੁੜੱਤਣ ਮੇਰੇ ਦਿਮਾਗ ਤੋਂ ਤਿਲਕ ਗਈ ਸੀ। ਮੈਂ ਹੌਲਾ ਹੌਲਾ ਹੁੰਦਾ ਜਾ ਰਿਹਾ ਸੀ। ਮੈਨੂੰ ਮਖੌਲ ਸੁਝਿਆ। ਚੰਗੀ ਕਿਵੇਂ? ਬਈ ਆਪਾਂ ਦੋਵਾਂ ਨੂੰ ਮਿਲਾ ਦਿੰਦੀ ਹੈ। ਜਾ ਪਰੇ ਵੱਡਾ ਸ਼ੈਤਾਨ। ਸੁਰਜੀਤ ਸੰਗ ਜੀ ਗਈ। ਜੇ ਇਉਂ ਨਹੀਂ ਤਾਂ ਹੋਰ ਭਲਾ ਕਿਵੇਂ ਚੰਗੀ ਹੈ? ਮੈਂ ਭੋਲਾ ਜਿਹਾ ਮੂੰਹ ਬਣਾ ਕੇ ਪੁੱਛਿਆ। ਚੱਲ ਜੀ ਇਉਂ ਐ ਤਾਂ ਐਵੇਂ ਹੀ ਸਹੀ, ਸੁਰਜੀਤ ਨੇ ਹੱਸ ਕੇ ਕਿਹਾ। ਫਿਰ ਉਹਨੇ ਗੱਲ ਬਦਲੀ। ਅਗਲੇ ਦਿਨ ਹੀ ਮੁੜ ਆਇਆ ਹੋਏਗਾ, ਝੂਠ ਮਾਰਨ ਨੂੰ ਵੀ ਹਾਂ ਵਰਗਾ ਹੈ। ਲਿਆ, ਜਿਹੜੀ ਮੱਖਣੀ ਅਗਲੇ ਦਿਨ ਚਾਰਨੀ ਸੀ ਹੁਣ ਚਾਰ ਲੈ। ਗੱਲ ਕਰਦੇ ਨੂੰ ਸੰਗ ਤਾਂ ਨਹੀਂ ਆਉਂਦੀ। ਤੇ ਇੱਥੋਂ ਲੁਕੋਇਆ ਕੀ ਹੈ? ਦੱਸ ਖਾਂ ਭਲਾ। ਸੁਰਜੀਤ ਨੇ ਅਸਲੋਂ ਹੀ ਨਤਾਣੀ ਜੀ ਬਣ ਕੇ ਅੱਖਾਂ 'ਚ ਸਿੱਧੀ ਝਾਕਦਿਆਂ ਕਿਹਾ। ਮੈਨੂੰ ਲੱਗਿਆ ਜਿਵੇਂ ਸ਼ਰਾਬ ਮੇਰੇ ਸਿਰ 'ਚ ਗੇੜੇ ਕੱਢ ਰਹੀ ਹੋਵੇ। ਉਹਦੇ ਬੋਲ ਤੇ ਇੱਥੋਂ ਲੁਕੋਇਆ ਕੀ ਹੈ ਮੁੜ ਮੁੜ ਮੇਰੇ ਦਿਮਾਗ 'ਚ ਖੌਰੂ ਪਾਉਣ ਲੱਗੇ ਤੇ ਮੈਂ ਉਹਨੂੰ ਖੜੀ ਹੋਣ ਲਈ ਕਿਹਾ, ਉੱਠ ਸੁਰਜੀਤ, ਦੀਵਾ ਬੁਝਾ ਦੇ। ਕਿਉਂ? ਉਹਦੇ ਜਿਵੇਂ ਬਰਛਾ ਵੱਜਿਆ ਹੋਵੇ। ਗੱਲਾਂ ਕਰਦਿਆਂ ਹਨੇਰਾ ਚੰਗਾ ਲੱਗਦਾ। ਮੈਂ ਖਚਰੀ ਹਾਸੀ ਹੱਸਿਆ।
ਅੱਛਾ ਛੇਕੜ ਤੇਰੇ ਵੀ ਇਹ ਗੱਲ ਚੇਤੇ ਆ ਹੀ ਗਈ। ਸੁਰਜੀਤ ਨੇ ਮੇਰੀ ਬਾਂਹ ਫੜ ਲਈ। ਮੈਂ ਵੇਖਿਆ ਉਹਦੀਆਂ ਅੱਖਾਂ ਡੁੱਬ ਭਰ ਆਈਆਂ ਸੀ। ਉਹਦੇ ਬੁੱਲ ਕੰਬ ਰਹੇ ਸਨ। ਮੈਂ ਨੀਵੀਂ ਪਾ ਲਈ। ਜਿਹੜਾ ਵੀ ਟੱਕਰਿਆ ਹੈ ਉਹ ਮੇਰੇ ਦੀਵੇ ਬੁਝਾਉਂਦਾ ਰਿਹਾ। ਤੂੰ ਤਾਂ ਇਉਂ ਨਹੀਂ ਸੀ ਕਰਨੀ ਜ਼ਾਲਮਾ। ਤੇਰੀ ਤਾਂ ਮੈਂ ਸਾਰੀ ਦੀ ਸਾਰੀ ਹੋ ਗਈ ਹਾਂ। ਕਿੰਨੇ ਥਾਈਂ ਮੈਂ ਵਿਕੀ, ਇੱਕ ਥਾਂ ਕਿੰਨਿਆਂ ਦੇ ਮੈਂ ਵਸ ਪਈ, ਪਰ ਮੈਨੂੰ ਕਦੇ ਕੋਈ ਚੰਗਾ ਨਾ ਲੱਗਿਆ। ਕਿਸੇ ਦਾ ਮੈਨੂੰ ਮੋਹ ਨਾ ਆਇਆ ਤੇ ਇੱਥੋਂ ਬਿਨਾਂ ਕੋਈ ਦਿਲ ਨੂੰ ਸੁਣਨ ਵਾਲਾ ਨਾ ਮਿਲਿਆ। ਹੁਣ ਤੂੰ ਵੀ। ਸੁਰਜੀਤ ਮੰਜੇ ਦੀ ਬਾਹੀ ਫੜ ਕੇ ਭੁੱਬੀ ਰੋ ਪਈ। ਫਿਰ ਉਹ ਇੱਕਦਮ ਰੋਣਾ ਬੰਦ ਕਰਕੇ ਉੱਠਣ ਲੱਗੀ। ਪਰ ਨਹੀਂ, ਮੈਂ ਤੈਨੂੰ ਵਰਜਣ ਵਾਲੀ ਕੌਣ ਆ? ਜਿਵੇਂ ਤੇਰਾ ਦਿਲ ਚਾਹੇ ਕਰ, ਲਿਆ ਛੱਡ, ਬੁਝਾਣੀ ਆ ਮੈਂ ਦੀਵਾ। ਉਹਨੇ ਮੇਰੀ ਬਾਂਹ ਝਟਕ ਕੇ ਪਰੇ ਕਰਦਿਆਂ ਮੇਰੇ ਸਾਹਮਣੇ ਸਿੱਧੀ ਖੜੀ ਹੋ ਕੇ ਕਿਹਾ। ਮੈਂ ਰੋਣ ਹਾਕਾ ਹੋ ਗਿਆ। ਮੇਰੀ ਪੀਤੀ ਹੋਈ ਸਾਰੀ ਉਤਰ ਗਈ। ਉਹਨੂੰ ਬਾਹੋਂ ਫੜ ਕੇ ਕੋਲ ਬਿਠਾਉਂਦਿਆਂ ਮੈਂ ਖੰਗੂਰਾ ਮਾਰ ਕੇ ਸੰਗ ਸਾਫ਼ ਕੀਤਾ ਤੇ ਕਿਹਾ, ਸੁਰਜੀਤ ਤੂੰ ਸੱਚ ਮੰਨ ਗਈ? ਮੈਂ ਤਾਂ ਤੈਨੂੰ ਵੇਖਦਾ ਸੀ ਕਿ ਭਲਾ ਸੱਚੀ? ਉਹਨੇ ਅੱਖਾਂ ਦੀ ਸਿੱਲ ਪੂੰਝੀ। ਉਹਦਾ ਚਿਹਰਾ ਇੱਕਦਮ ਫੁੱਲ ਵਾਂਗ ਖਿੜ ਗਿਆ। ਸਹੁੰ ਤੇਰੀ। ਮੈਂ ਉਹਦੇ ਸਿਰ ਤੇ ਹੱਥ ਫੇਰਦਿਆਂ ਤਸੱਲੀ ਦਿੱਤੀ। ਬੂ ਮੈਂ ਮਰ ਜਾ। ਵੈਰੀ ਕਿਵੇਂ ਪਰਖਦਾ ਹੈ। ਤੇ ਉਹਨੇ ਹੈਰਾਨੀ ਨਾਲ ਆਪਣੇ ਦੋਹਾਂ ਹੱਥਾਂ ਨੂੰ ਇੱਕ ਦੂਜੇ 'ਚ ਘੁੱਟ ਲਿਆ। ਖਬਰਦਾਰ ਬਈ ਓਏ, ਬਾਹਰ ਮਹਿੰਦਰ ਭਾਬੀ ਨੇ ਹੌਲੀ ਜੀ ਕਿਹਾ ਤੇ ਤਖਤੇ ਖੋਲ ਕੇ ਅੰਦਰ ਆ ਗਈ। ਕਿਉਂ ਖਬਰਦਾਰ ਨੂੰ ਇੱਥੇ ਡਾਕੇ ਪੈਂਦੇ ਆ? ਮੈਂ ਮੋੜ ਕੀਤਾ। ਕੋਈ ਵਸਾ ਹੈ? ਉਹਨੇ ਮਿੱਠੇ ਤੱਤੇ ਦੁੱਧ ਦਾ ਗੜਵਾ 2 ਗਲਾਸਾਂ 'ਚ ਉਲਟਾਉਂਦਿਆਂ ਕਿਹਾ, ਲਓ ਚੁੱਕੋ। ਤੇ ਤੂੰ ਭੈਣੇ? ਸੁਰਜੀਤ ਨੇ ਪੁੱਛਿਆ। ਮੈਂ ਪੀ ਆਈ ਹੇਠਾਂ। ਨਾ ਬਈ ਇਹ ਗੱਲ ਝੂਠ। ਮੈਂ ਦੁੱਧ ਮੇਜ਼ ਤੇ ਰੱਖ ਦਿੱਤਾ। ਵੇ ਸਹੁੰ ਵੀਰ ਦੀ, ਸਹੁੰ ਤੇਰੀ। ਮਹਿੰਦਰ ਭਾਬੀ ਨੇ ਸਫਾਈ ਦਿੱਤੀ। ਹੁਣ ਤਾਂ ਤੇਰਾ ਯਕੀਨ ਚੱਕਿਆ ਗਿਆ ਭਾਬੀ। ਤੇਰੀ ਕਿਸੇ ਗੱਲ ਦਾ ਸੱਚ ਨਹੀਂ ਆਉਂਦਾ। ਮੈਂ ਕਿਹਾ, ਕਿਉਂ ਵੇ ਹੁਣ ਕੀ ਹੋ ਗਿਆ? ਮਹਿੰਦਰ ਭਾਬੀ ਹੱਸ ਪਈ। ਤੇਰੀ ਦਿਨ ਵਾਲੀ ਗੱਲ ਵੀ ਤਾਂ ਜਮਾਂ ਝੂਠ ਹੀ ਸੀ ਭਾਬੀ। ਇਹ ਨਿਰਾ ਵਹਿਮ। ਸੁਣ ਸਰਦਾਰਨੀਏ, ਮੈਂ ਘੋਗਾ ਨਹੀਂ। ਮੈਂ ਹੁੱਬ ਕੇ ਕਿਹਾ, ਸਹੁੰ ਖਾ। ਭਾਬੀ ਨੂੰ ਸੱਚ ਨਾ ਆਇਆ। ਤੇਰੀ ਸਹੁੰ। ਮੈਂ ਝੱਟ ਉੱਤਰ ਦਿੱਤਾ। ਸੱਚੀਓ? ਉਹਨੇ ਫੇਰ ਸ਼ੱਕ ਕੀਤਾ। ਬਈ ਜਵਾਨੀ ਦੀ ਸਹੁੰ, ਤੇਰੀ ਸਹੁੰ, ਸੁਰਜੀਤ ਦੀ ਸਹੁੰ। ਮੈਂ ਉਹਨੂੰ ਸਹੁੰਆਂ ਦੀ ਲੜੀ ਨਾਲ ਯਕੀਨ ਦਵਾਇਆ। ਚੰਗਾ ਵੇ ਚੰਗਾ, ਤੂੰ ਜਿੱਤਿਆ ਮੈਂ ਹਾਰੀ। ਚੱਕ ਦੁੱਧ। ਮਹਿੰਦਰ ਭਾਬੀ ਨੇ ਮੇਰਾ ਗਲਾਸ ਮੈਨੂੰ ਫੜਾਇਆ। ਕੋਈ ਮੈਨੂੰ ਵੀ ਪਤਾ ਲੱਗੇ। ਮੇਰੀਆਂ ਸਹੁੰਆਂ ਚਕੀਂਦੀਆਂ ਨੇ। ਸਿਆਣਤਾ ਨਾਲ ਇੱਕ ਦੂਜੇ ਨੂੰ ਪਤਾ ਨਹੀਂ ਕੀ ਸਮਝਾਈ ਜਾਂਦੇ ਹੋ। ਸੁਰਜੀਤ ਨੇ ਵਿਚਲੀ ਗੱਲ ਪੁੱਛੀ। ਜੇ ਤੈਨੂੰ ਨਾ ਦੱਸਣੀ ਹੋਊ ਸਾਡੀਆਂ ਦਿਓਰ ਭਰਜਾਈ ਦੀਆਂ 100 ਗੱਲਾਂ। ਮੈਂ ਸੁਰਜੀਤ ਨੂੰ ਠੋਸਾ ਵਿਖਾਇਆ ਤੇ ਗਲਾਸ ਮਹਿੰਦਰ ਵੱਲ ਕਰਕੇ ਕਿਹਾ, ਲੈ ਭਾਬੀ ਅੱਧਾ ਪੀ ਲੈ ਪਹਿਲਾਂ। ਨਾ ਬਈ, ਘੁੱਟ ਨਹੀਂ ਲੰਘਦੀ, ਰੱਜੇ ਪਏ ਆ। ਮਹਿੰਦਰ ਨੇ ਇਨਕਾਰ 'ਚ ਸਿਰ ਫੇਰਿਆ। ਚੰਗਾ ਲੈ ਝੂਠਾ ਕਰ ਦੇ। ਗਲਾਸ ਮੈਂ ਉਹਦੇ ਮੂੰਹ ਕੋਲ ਕਰਕੇ ਕਿਹਾ, ਵੇ ਤੂੰ ਸਿੱਧਾ ਹੋ ਕੇ ਪੀ ਲੈ, ਕੀ ਚੋਚਲੇ ਕਰਦਾ? ਭਾਬੀ ਮੁਸਕਰਾਈ। ਲੈ ਭਾਬੀ ਫਿਰ ਉਂਗਲੀ ਤਾਂ ਡੋਬ ਦੇ ਇਹਦੇ 'ਚ। ਮੈਂ ਉਹਦੀ ਉਂਗਲੀ ਫੜ ਕੇ ਦੁੱਧ ਨਾਲ ਛੁਆ ਲਈ, ਮਿੱਠਾ ਹੋ ਜਾਏ। ਹਟ ਬਿਸ਼ਰਮ। ਗਲਾਸ ਪਰੇ ਕਰਕੇ ਭਾਬੀ ਬੋਲੀ, ਹੁਣ ਜਦੋਂ ਮੈਂ ਬੁੜੀ ਹੋ ਗਈ ਇਹਨੂੰ ਟਿਚਰਾਂ ਕਰਨ ਦੀ ਅਕਲ ਆਈ ਹੈ। ਭਾਬੀ ਬੁੜੀ? ਤੂੰ ਹੁਣੇ ਕਿੱਥੇ ਹੋ ਗਈ? ਅਜੇ ਤਾਂ ਰੰਗ ਖਰਬੂਜੇ ਵਰਗਾ ਪਿਆ। ਮੈਂ ਵਾਰ ਨੂੰ ਹੋਰ ਤਿੱਖਾ ਕਰਨ ਲਈ ਜੀਭ ਬੁੱਲਾਂ ਤੇ ਫੇਰੀ। ਸੁਰਜੀਤ ਦਾ ਹਾਸਾ ਨਿਕਲ ਗਿਆ ਤੇ ਦੁੱਧ ਦੀ ਘੁੱਟ ਉਹਦੇ ਨੱਕ ਰਾਹੀਂ ਵਗ ਤੁਰੀ। ਭਾਬੀ ਮਹਿੰਦਰ ਦੇ ਚੁਬਾਰੇ 'ਚ 3 ਹਾਸੇ ਡੂੰਘੀ ਰਾਤ ਤੱਕ ਛਣਕਦੇ ਰਹੇ। 3 ਬੋਲ ਡੂੰਘੀ ਰਾਤ ਤੱਕ ਸਾਂਝੇ ਹੁੰਦੇ ਰਹੇ। ਧੰਨਵਾਦ। ਅਗਲੀ ਕਹਾਣੀ ਹੈ ਓਪਰਾ ਮਰਦ। ਦੀਪੋ ਹਰ ਸ਼ਾਮ ਮੰਜੇ ਡਾਉਂਦੀ ਤਾਂ ਉਹਨੂੰ ਲੱਗਦਾ ਜਿਵੇਂ ਉਹ ਆਪਣੀ ਬਾਹੀ ਕਿਸੇ ਓਪਰੇ ਮਰਦ ਦੀ ਬਾਹੀ ਨਾਲ ਜੋੜ ਰਹੀ ਹੋਵੇ ਤੇ ਉਹਨੂੰ ਕਚਿਆਣ ਦੀ ਧੁੜ-ਧੁੜੀ ਆ ਜਾਂਦੀ। ਹਰਚੰਦ ਨਾਲ ਦੀਪੇ ਦਾ ਵਿਆਹ ਹੋਇਆਂ 6 ਮਹੀਨੇ ਹੋ ਗਏ ਸੀ। 6 ਮਹੀਨਿਆਂ ਵਿੱਚੋਂ ਕੁਝ ਚਿਰ ਉਹ ਪੇਕੀ ਲਾ ਆਈ ਸੀ ਤੇ ਜਦੋਂ ਸਹੁਰੀ ਹੁੰਦੀ ਹਰ ਸ਼ਾਮ ਮੰਜੇ ਡਾਉਂਦੀ। ਹਰ ਸ਼ਾਮ ਹੀ ਉਹਨੂੰ ਇਹੋ ਕਸੈਲਾ ਅਨੁਭਵ ਹੁੰਦਾ ਤੇ ਉਹਦੇ ਆਪਣੀਆਂ ਸਹੇਲੀਆਂ ਵੱਲੋਂ ਵਿਖਾਇਆ ਗਿਆ ਪ੍ਰਾਹੁਣਾ ਯਾਦ ਆ ਜਾਂਦਾ। ਦੀਪੋ ਦਾ ਸ਼ਗਨ ਪਾਉਣ ਤੋਂ ਪਿੱਛੋਂ ਸਾਰੇ ਆਂਢ ਗੁਆਂਢ 'ਚ ਪਤਾ ਲੱਗ ਗਿਆ ਸੀ ਕਿ ਉਹਦਾ ਮੰਗੇਤਰ ਪੜ੍ਹਦਾ ਹੈ ਤੇ ਜਦੋਂ ਦੀਪੋ ਦੇ ਪਿਓ ਨੇ ਚਾਂਦੀ ਦੇ 11 ਰੁਪਏ ਝੋਲੀ 'ਚ ਪਾ ਕੇ ਮੁੰਡੇ ਦੇ ਬੁੱਲਾਂ ਨੂੰ ਮਿਸ਼ਰੀ ਛੁਆ ਕੇ ਉਹਦਾ ਮੋਢਾ ਪਲੋਸਿਆ ਸੀ ਤਾਂ 7ਵੀਂ 'ਚ ਪੜ੍ਹਦਾ ਸੀ। ਉਹਨਾਂ ਗੱਲਾਂ ਨੂੰ 3 ਸਾਲ ਹੋ ਗਏ ਸੀ ਤੇ ਦੀਪੋ ਦੀਆਂ ਸਹੇਲੀਆਂ ਉਹਦਾ ਪੜ੍ਹਿਆ ਲਿਖਿਆ ਹੋਣ ਵਾਲਾ ਪਤੀ ਯਾਦ ਕਰਵਾ ਕੇ ਉਹਨੂੰ ਬਾਰ-ਬਾਰ ਛੇੜਦੀਆਂ। ਨਹੀਂ ਹੁਣ ਤਾਂ ਤੇਰਾ ਲੱਗਦਾ 10ਵੀਂ 'ਚ ਹੋਣਾ ਹੈ, ਇੱਕ ਆਖਦੀ। ਪਟਵਾਰੀ ਬਣੂ ਤੇ ਆਪਣੀ ਦੀਪੋ ਪਟਵਾਰਨ, ਦੂਜੀ ਬੋਲਦੀ। ਅੱਖ ਪਟਵਾਰਨ ਦੀ ਇੱਲ ਦੇ ਲੜਿਆਂਡਾ, ਤੀਜੀ ਛੇੜਦੀ ਤੇ ਸਾਰੀਆਂ ਖਿੜਖਿੜਾ ਹੱਸ ਪੈਂਦੀਆਂ। ਦੀਪੋ ਰਾਤਾਂ ਨੂੰ ਜਾਗਦੀ ਪਈ ਸੁਪਨੇ ਲੈਂਦੀ ਰਹਿੰਦੀ। ਜੇ ਹਰਚੰਦ 10 ਪੜ੍ਹ ਕੇ ਕਿਤੇ ਨੌਕਰ ਹੋ ਜਾਏ ਉਹ ਦੋਵੇਂ ਰਿਹਾ ਕਰਨ। ਨਾ ਕੋਈ ਜੰਜਾਲ ਨਾ ਝਮੇਲਾ, ਮੌਜ ਰਹੇ ਦੋਵੇਂ ਜੀ, ਹੱਸਣ ਖੇਡਣ, ਨਾ ਕਿਸੇ ਦੀ ਹੈ ਨਾ ਕਹਿ। ਮਨ ਭਾਉਂਦਾ ਖਾਣ ਹੰਡਾਉਣ, ਮਰਜ਼ੀ ਨਾਲ ਸੌਣ, ਮਰਜ਼ੀ ਨਾਲ ਜਾਗਣ। ਕਦੀ ਉਹ ਟਿਕੀ ਰਾਤ 'ਚ ਅੱਖਾਂ ਖੋਲ ਕੇ ਅੰਬਰ ਦੇ ਚੰਦ ਵੱਲ ਵੇਖਣ ਲੱਗਦੀ ਤੇ ਹਰਚੰਦ ਦੇ ਨਕਸ਼ ਚਿਤਵਦੀ।
ਕਦੀ ਉਹ ਅੱਖਾਂ ਬੰਦ ਕਰ ਲੈਂਦੀ ਤੇ ਉਸੇ ਦੀ ਕਲਪਨਾ ਕਰਦੀ। ਹਰਚੰਦ ਕੋਲ ਜ਼ਮੀਨ ਚੰਗੀ ਸੀ, ਭਾਈ ਉਹਦੇ ਬਸ ਇੱਕ ਹੋਰ ਸੀ, ਉਹ ਤੋਂ ਛੋਟਾ, ਤੇ ਦੋਵਾਂ ਨੂੰ 30 ਘੁਮਾ ਵਧੀਆ ਧਰਤੀ ਆਉਂਦੀ ਸੀ। ਮਾਂ ਪਿਓ ਦੋਵੇਂ ਜਿਉਂਦੇ ਸੀ। ਤੇ ਜਦੋਂ ਦੀਪੋ ਦੇ ਪਿਓ ਨੇ ਰਿਸ਼ਤਾ ਪੱਕਾ ਕੀਤਾ ਸੀ, ਉਹਨੂੰ ਹਰਚੰਦ ਦੀ ਪੜ੍ਹਾਈ ਨਾਲ ਕੋਈ ਮਤਲਬ ਨਹੀਂ ਸੀ। ਉਹਨੇ ਤਾਂ ਮੁੰਡਾ ਵੇਖਿਆ ਸੀ, ਘਰ ਵੇਖਿਆ ਸੀ, ਜ਼ਮੀਨ ਵੇਖੀ ਸੀ ਤੇ ਛੋਟਾ ਜਿਹਾ ਟੱਬਰ ਵੇਖਿਆ ਸੀ। ਖੁਦ ਉਹਦਾ ਆਪਣਾ ਸਾਰਾ ਟੱਬਰ ਅਨਪੜ੍ਹ ਸੀ। ਉਹ ਸੋਚਦਾ ਸੀ ਜਿਸ ਮੁੰਡੇ ਨੂੰ ਅੱਜ ਕੱਲ੍ਹ ਦੇ ਜ਼ਮਾਨੇ 'ਚ 30 ਘੁਮਾ ਜ਼ਮੀਨ ਆਉਂਦੀ ਹੋਵੇ, ਉਹਨੂੰ ਪੜ੍ਹਾਈ ਦੀ ਕੀ ਲੋੜ? ਪੜ੍ਹ ਕੇ ਕੀ ਕਮਾਈ ਕਰੇਗਾ? ਸਾਰੇ ਸਾਲ ਦੀ ਨੌਕਰੀ ਜਿੰਨੀ ਰਕਮ ਤਾਂ 1 ਏਕੜ ਨਰਮੇ 'ਚੋਂ ਨਿਕਲ ਆਉਂਦੀ ਹੈ। ਇਹ ਤਾਂ ਰਿਸ਼ਤੇ ਦੀ ਗੱਲ ਕਰਦਿਆਂ ਐਵੇਂ ਗੱਲਾਂ 'ਚੋਂ ਗੱਲ ਨਿਕਲ ਆਈ ਕਿ ਮੁੰਡਾ 7ਵੀਂ 'ਚ ਪੜ੍ਹਦਾ ਹੈ, ਤੇ ਗੱਲ ਹੌਲੀ ਹੌਲੀ ਦੀਪੋ ਤੇ ਉਹਦੀਆਂ ਸਹੇਲੀਆਂ ਤੱਕ ਪੁੱਜ ਗਈ। ਦੀਪੋ ਦੀ ਜੰਝ ਆਈ, ਉਤਾਰਾ ਪੱਕੀ ਧਰਮਸ਼ਾਲਾ 'ਚ ਦਿੱਤਾ ਗਿਆ। ਰੁੱਤ ਗਰਮੀ ਦੀ ਸੀ। ਜਾਂਝੀਆਂ ਨੇ ਪੱਗਾਂ ਤੇ ਕਮੀਜ਼ ਲਾ ਕੇ ਕੀਲੀਆਂ ਤੇ ਟੰਗ ਦਿੱਤੇ। ਗਰਮੀ ਦੇ ਮਾਰੇ ਉਹ ਪੱਖੀਆਂ ਝੱਲਣ ਲੱਗ ਪਏ। ਕੁੜੀ ਵਾਲੇ ਭੱਜ ਕੇ ਚਾਹ ਦੀਆਂ ਬਲਟੋਈਆਂ ਤੇ ਠੰਡਿਆਈ ਦੀਆਂ ਬਾਲਟੀਆਂ ਲੈ ਆਏ। ਨਾਈ ਨੇ ਨਲਕੇ 'ਚੋਂ ਤੌੜੇ ਭਰ ਕੇ ਧਰਮਸ਼ਾਲਾ ਦੇ ਇੱਕ ਪਾਸੇ ਬਣੇ ਗੁਸਲਖਾਨੇ ਕੋਲ ਪਿਆ ਕੜਾਹਾ ਭਰਨਾ ਸ਼ੁਰੂ ਕਰ ਦਿੱਤਾ। ਬਹੁਤੀ ਗਰਮੀ ਮੰਨਣ ਵਾਲੇ ਨਹਾਉਣ ਲੱਗ ਪਏ। ਕੁਝ ਜਾਂਝੀਆਂ ਨੇ ਗਲਾਸਾਂ 'ਚ ਠੰਡਿਆਈ ਪਵਾ ਲਈ, ਬਾਕੀਆਂ ਨੇ ਚਾਹ ਪਵਾ ਕੇ ਤਪੇ ਹੋਏ ਪਿੱਤਲ ਦੇ ਗਲਾਸ ਰੇਸ਼ਮੀ ਰੁਮਾਲਾਂ ਨਾਲ ਫੜ ਲਏ ਤੇ ਫੂਕਾਂ ਮਾਰ-ਮਾਰ ਪੀਣ ਲੱਗੇ। ਚਾਹ ਪੀਣ ਵਾਲੇ ਆਖ ਰਹੇ ਸਨ ਕਿ ਜਿਹੜਾ ਮੁੜਕਾ ਆਉਣਾ ਇਕੱਠਾ ਹੀ ਆ ਜਾਏ, ਉਹ ਫੇਰ ਨਹਾਉਣਗੇ। ਧਰਮਸ਼ਾਲਾ ਦੀਆਂ ਬਾਰੀਆਂ ਪਿਛਲੇ ਪਾਸੇ ਵੀਹੀ 'ਚ ਖੁੱਲਦੀਆਂ ਸੀ। ਇੱਕ ਬਾਰੀ ਦੇ ਸਾਹਮਣੇ ਰੌਣਕੀ ਬਾਣੀਏ ਦੀ ਦੁਕਾਨ ਸੀ। ਦੁਕਾਨ ਉੱਤੇ ਵੱਡੇ ਦਰਵਾਜ਼ੇ ਵਾਲਿਆਂ ਦੀ ਬੁੜੀ ਕੋਈ ਸੌਦਾ ਲੈਣ ਗਈ। ਮੁੜਦੀ ਹੋਈ ਉਹ ਭੱਜੀ ਆਈ ਤੇ ਉਹਨੇ ਦੀਪੋ ਦੁਆਲੇ ਬੈਠੀਆਂ ਕੁੜੀਆਂ ਨੂੰ ਦੱਸਿਆ ਵੀ ਦੀਪੋ ਦੇ ਪ੍ਰਾਹੁਣੇ ਦਾ ਮੰਜਾ ਰੌਣਕੀ ਬਾਣੀਏ ਦੀ ਹੱਟੀ ਦੇ ਸਾਹਮਣੇ ਵਾਲੀ ਬਾਰੀ ਕੋਲ ਸੀ। ਤੈਨੂੰ ਕੀ ਪਛਾਣ? ਤੂੰ ਕੀ ਉਹਦੇ ਸਿਹਰੇ ਵੇਖੇ ਸੀ? ਇੱਕ ਸਿਆਣੀ ਕੁੜੀ ਨੇ ਪੁੱਛਿਆ। ਨਹੀਂ, ਪੜੇ ਹੋਏ ਸਿਹਰੇ ਕਿੱਥੇ ਬੰਨ੍ਹਦੇ ਆ? ਬਾਹਰਲੀ ਕੋਠੀ ਵਾਲਿਆਂ ਦੇ ਪ੍ਰਾਹੁਣੇ ਦੇ ਢੁੱਕਣ ਵੇਲੇ ਕਿੰਨੇ ਕੁ ਸਿਹਰੇ ਬੰਨੇ ਸੀ? ਉਹਦੇ ਗੁੱਟ ਤੇ ਸ਼ਗਨਾਂ ਦੀ ਪਹੁੰਚੀ ਹੈ, ਉਹ ਬੋਲੀ। ਲੈ ਸੁਣ ਲੈ ਇਹਦੀ ਗੱਲ। ਇਹਨੂੰ ਇਹਦੇ ਵਿੱਚੋਂ ਮੁਸ਼ਕ ਆ ਗਿਆ ਵੀ ਇਹੋ ਪ੍ਰਾਹੁਣਾ ਹੈ। ਪਹੁੰਚੀ ਜੇ ਕਿਸੇ ਹੋਰ ਨੇ ਬੰਨੀ ਹੋਈ ਹੋਵੇ। ਇੱਕ ਹੋਰ ਕੁੜੀ ਨੇ ਪੂਤੀ ਦੀ ਗੱਲ ਦਾ ਜਵਾਬ ਦਿੱਤਾ। ਨੀ ਉਹ ਪੜ੍ਹ ਹੈ, ਘੋਟਵੀਂ ਪੱਗ, ਸੋਹਣੇ ਸੋਹਣੇ ਕੱਪੜੇ, ਨਾਲੇ ਉਹਨੇ ਪਤਲੂਨ ਪਾਈ ਹੋਈ ਹੈ, ਹੱਥ 'ਚ ਰੇਸ਼ਮੀ ਰੁਮਾਲ, ਅੱਖਾਂ 'ਚ ਸੁਰਮਾ। ਬਾਰੀ ਸਾਹਮਣੇ ਖੜਾ ਸੀ। ਨੀ ਸਹੁੰ ਵੀਰ ਦੀ, ਜਮਾ ਇਹਦਾ ਪ੍ਰਾਹੁਣਾ ਲੱਗਦਾ। ਪੂਤੀ ਵਿਚਾਰੀ ਨੇ ਅੰਤਮ ਦਲੀਲ ਦਿੱਤੀ। ਸਾਰੀਆਂ ਕੁੜੀਆਂ ਪੂਤੀ ਦੀ ਭੋਲੀ ਗੱਲ ਤੇ ਖਿੜਖਿੜ ਹੱਸ ਪਈਆਂ। ਉਹਨਾਂ 'ਚ ਉੱਠਦਿਆਂ ਛਿੰਦੀ ਬੋਲੀ, ਨਹੀਂ ਮੈਂ ਪਤਾ ਕਰਕੇ ਆਉਣੀ ਆ ਸਾਰੀ ਗੱਲ ਦਾ। ਉਹ ਬਾਹਰ ਨਿਕਲੀ ਤਾਂ ਵੀਹੀ 'ਚ ਭਜਣਾ ਨਾਈ ਘਰੋਂ ਕੋਈ ਚੀਜ਼ ਲੈਣ ਆ ਰਿਹਾ ਸੀ। ਛਿੰਦੀ ਨੇ ਅੱਗਾ ਪਿੱਛਾ ਵੇਖਿਆ, ਬੋਲੀ, ਚਾਚਾ ਇੱਕ ਗੱਲ ਦੱਸੀ। ਹਾਂ ਭਾਈ। ਕਾਲੀ ਕਾਲੀ ਤੁਰੇ ਆਉਂਦੇ ਭਜਨੇ ਨੇ ਪੈਰ ਮਲੇ। ਚਾਚਾ ਜੰਨ 'ਚ ਪੜ੍ਹੇ ਹੋਏ ਬੰਦੇ ਕਿੰਨੇ ਕਾ? ਛਿੰਦੀ ਨੇ ਹੌਲੀ ਜਿਹੀ ਪੁੱਛਿਆ। ਪੜ੍ਹੇ ਹੋਏ ਕਿਹੜੇ ਆ ਭਾਈ? ਇੱਕੋ ਮੁੰਡਾ ਪੜ੍ਹਿਆ ਦਿਸਦਾ, ਬਾਕੀ ਸਾਰੇ ਠੋਠ ਅਨਪੜ੍ਹ ਹੈ। ਇਉਂ ਲੱਗਦਾ ਜਿਵੇਂ ਸਭ ਕਪਾਹਾਂ ਗੁੜਦੇ ਨਵੇਂ ਲੀੜੇ ਪਾ ਕੇ ਜੰਨ ਆ ਗਏ ਹੁਣ। ਭਜਣਾ ਹੱਸਿਆ। ਛਿੰਦੀ ਭੱਜੀ ਆਈ ਤੇ ਚੜੇ ਹੋਏ ਸਾਹ ਨਾਲ ਬੋਲੀ, ਨਹੀਂ ਮੈਂ ਭਜਨੇ ਤੋਂ ਪੁੱਛਿਆ, ਜੰਨ 'ਚ ਪੜ੍ਹਿਆ ਹੋਰ ਹੈ ਹੀ ਕੋਈ ਨਹੀਂ। ਪੂਤੀ ਵਿਚਾਰੀ ਸੱਚੀ ਹੈ, ਉਹ ਬਸ ਇਸੇ ਦਾ ਕੁਛ ਲੱਗਦਾ ਪੜਾ ਹੈ। ਕੁੜੀਆਂ ਬੈਠੀਆਂ ਹੱਸਦੀਆਂ ਰਹੀਆਂ ਤੇ ਦੀਪੋ ਨੂੰ ਇੱਕ ਦੂਜੀ ਨੂੰ ਟਿਚਰਾਂ ਕਰਦੀਆਂ ਰਹੀਆਂ। ਸਾਰੇ ਜਾਂਝੀ ਨਹਾ ਧੋ ਚੁੱਕੇ ਸਨ। ਪਰਛਾਵੇਂ ਕਾਫੀ ਲੰਮੇ ਹੋ ਗਏ। ਧੀ ਵਾਲਿਆਂ ਨੇ ਮੰਜੇ ਧਰਮਸ਼ਾਲਾ ਦੇ ਛਿੜਕੇ ਹੋਏ ਵਿਹੜੇ 'ਚ ਡਾਹ ਦਿੱਤੇ। ਬੁੱਢੇ ਠੇਰੇ ਸਿਰਾਂ ਹੇਠ ਸਰਾਣੇ ਦੇ ਕੇ ਲੰਮੇ ਪੈ ਗਏ। ਪਿਆਕਾਂ ਦੇ ਨਾਲ ਲਿਆਂਦੀਆਂ ਬੋਤਲਾਂ ਕੱਢ ਲਈਆਂ। ਕੋਈ ਵਿਹੜੇ 'ਚ ਬੈਠਾ ਬੋਤਲ ਦੀ ਕੰਗਣੀ ਤੋੜ ਰਿਹਾ ਸੀ ਤੇ ਕੋਈ ਅੰਦਰ ਬੈਠਾ ਪੀ ਰਿਹਾ ਸੀ। ਜਿਹੜੇ ਨਾਲ ਨਹੀਂ ਸੀ ਲਿਆਏ, ਉਹ ਧੂਵੇਂ ਚਾਦਰੇ ਬੰਨ੍ਹ ਕੇ ਤੇ ਸਿਰਾਂ ਉੱਤੇ ਹੱਥ ਉੱਚੇ ਫਰਰੇ ਛੱਡ ਕੇ ਪਿੰਡ 'ਚ ਠੇਕਾ ਪੁੱਛਾਉਂਦੇ ਬੋਤਲਾਂ ਲੈਣ ਤੁਰ ਗਏ। ਉਹ ਇੱਕ ਦੂਜੇ ਨੂੰ ਆਖ ਰਹੇ ਸੀ, ਨਾਲੇ ਪਿੰਡ ਵੇਖ ਕੇ ਆਵਾਂਗੇ, ਚਲੋ ਨਾਲੇ ਬੋਤਲਾਂ ਲਿਆਵਾਂਗੇ। 7-8 ਕੁੜੀਆਂ ਰੌਣਕੀ ਬਾਣੀਏ ਦੀ ਹੱਟੀ ਉੱਤੇ ਆਈਆਂ। ਸਧਾਰਨ ਕੱਪੜਿਆਂ 'ਚ ਦੀਪੋ ਉਹਨਾਂ ਦੇ ਵਿਚਾਲੇ ਲੁਕੀ ਹੋਈ ਸੀ। ਦੂਜੀਆਂ ਸਾਰੀਆਂ ਕੁੜੀਆਂ ਉਹਦੇ ਚਾਰ ਚੁਫੇਰੇ ਸੀ। ਆਓ ਭਾਈ, ਰੌਣਕੀ ਨੇ ਕਿਹਾ। ਤਾਇਆ ਮਹਿੰਦੀ ਲੈਣੀ ਹੈ, ਵਧੀਆ ਰੰਗਲੀ ਹੋਵੇ, ਗੂੜੇ ਰੰਗ ਦੀ, ਕੁੜੀ ਬੋਲੀ। ਰੌਣਕੀ ਨੇ ਵੇਖਿਆ ਸਾਰੀਆਂ ਕੁੜੀਆਂ ਦੀ ਨਿਗਾਹ ਧਰਮਸ਼ਾਲਾ ਵੱਲ ਸੀ। ਹੁਸ਼ਿਆਰ ਬਾਣੀਆਂ ਤਾੜ ਗਿਆ ਵੀ ਮਹਿੰਦੀ ਦਾ ਤਾਂ ਬਹਾਨਾ ਸੀ, ਕੁੜੀਆਂ ਜੰਝ ਵੇਖਣ ਆਈਆਂ ਸੀ। ਉਹ ਬੋਲਿਆ, ਭਾਈ ਕੁੜੀਓ, ਮੈਂ ਸ਼ਹਿਰੋਂ ਪੀਠੀ ਹੋਈ ਮਹਿੰਦੀ ਲਿਆਇਆ ਤਾਂ ਸੀ, ਫਿਰ ਮੈਂ ਸੋਚਿਆ ਤੀਆਂ 'ਚ ਤਾਂ ਅਜੇ ਚਿਰ ਹੈ, ਉਹ ਡੱਬਾ ਮੈਂ ਰੋਸ਼ਨਦਾਨ 'ਚ ਰੱਖ ਦਿੱਤਾ। ਤੁਸੀਂ ਭਾਈ 2 ਮਿੰਟ ਇੱਥੇ ਖੜੋ, ਮੈਂ ਅੰਦਰਲੇ ਘਰੋਂ ਪੌੜੀ ਲੈ ਆਵਾਂ। ਤੇ ਰੌਣਕੀ ਬਾਣੀਆਂ ਆਪਣੇ 6-7 ਸਾਲ ਦੇ ਪੁੱਤ ਨੂੰ ਹੱਟੀ 'ਚ ਛੱਡ ਕੇ ਪੌੜੀ ਲੈਣ ਤੁਰ ਗਿਆ। ਆਹ ਨੋਟ ਲੈ ਕੇ ਮਿੱਤਰਾਂ ਨੂੰ ਵੀ ਹੱਟੀ ਤੋਂ ਲੈਚੀਆਂ ਫੜਾਇਓ। ਬਾਰੀ 'ਚੋਂ ਦੀਪੋ ਦਾ ਪ੍ਰਾਹੁਣਾ ਹੱਥ 'ਚ ਨੋਟ ਫੜੀ ਖੜਾ ਸੀ।
ਬੜਾ ਲੁੱਚਾ ਹੈ। ਨਹੀਂ ਭੋਰਾ ਨਹੀਂ ਸੰਗਦਾ। ਕੁੜੀਆਂ ਨੇ ਇੱਕ ਦੂਜੇ ਨਾਲ ਘੁਸਰ ਮੁਸਰ ਕੀਤੀ। ਪਾੜਾ ਕੀ ਸੰਗੂ, ਪੜੇ ਹੋਇਆਂ ਦੀ ਤਾਂ ਸੰਗ ਸ਼ਰਮ ਲਾ ਕੇ ਰੱਖੀ ਹੋਈ ਹੁੰਦੀ ਹੈ। ਇੱਕ ਕੁੜੀ ਬੋਲੀ। ਵੇ ਤੂੰ ਸਾਰਾ ਨੋਟ ਖਰਚ ਕੇ ਕੀ ਕਰਨਾ ਹੈ? ਕੋਈ ਅਠਿਆਨੀ ਚਵਾਨੀ ਹੈ ਤਾਂ ਦੇ ਦੇ। ਛਿੰਦੀ ਨੇ ਟਿੱਚਰ ਕੀਤੀ। ਸਾਡੇ ਪਿੰਡ ਅਠਿਆਨੀਆਂ ਚਵਾਨੀਆਂ ਨਹੀਂ ਹੁੰਦੀਆਂ, ਨੋਟ ਹੀ ਹੁੰਦੇ ਆ। ਅੱਖਾਂ 'ਚ ਮੁਸਕਰਾ ਕੇ ਮੁੰਡੇ ਨੇ ਜਵਾਬ ਦਿੱਤਾ। ਸਿੱਟ ਦੇ ਬਾਹਰ। ਇੱਕ ਹੋਰ ਕੁੜੀ ਨੇ ਕਿਹਾ। ਉਰੇ ਹੋ ਕੇ ਲੈ ਲਓ, ਇਹਨੂੰ ਕੰਡੇ ਤਾਂ ਨਹੀਂ ਲੱਗੇ ਹੋਏ, ਲਓ ਫੜੋ। ਮੁੰਡਾ ਨੋਟ ਨੂੰ ਹੱਥ 'ਚ ਪਲੋਸਦਿਆਂ ਮੁਸਕਰਾਇਆ। ਫਿਰ ਉਹਨੇ ਨੋਟ ਬਾਰੀ 'ਚੋਂ ਬਾਹਰ ਕਰ ਦਿੱਤਾ। ਛਿੰਦੀ ਨੇ ਝਪੁੱਟ ਮਾਰ ਕੇ ਨੋਟ ਖੋਲਿਆ ਤੇ ਬੋਲੀ, ਵੇ ਇਹ ਤਾਂ 1 ਰੁਪਈਏ ਦਾ ਨੋਟ ਹੈ। ਆਪਦੀ ਕਿਹੜੀ ਭੈਣ ਦਾ ਸਾਕ ਸਾਡੇ ਮੁੰਡਿਆਂ ਨੂੰ ਕਰੇਗਾ ਰੁਪਈਆ ਹੱਥ ਧਰ ਕੇ। ਸਾਰੀਆਂ ਕੁੜੀਆਂ ਖਿੜਖੜਾ ਹੱਸ ਪਈਆਂ। ਚਾਂਬਲੇ ਹੋਏ ਮੁੰਡੇ ਨੂੰ ਇੰਨੀ ਵੱਡੀ ਟੀਚਰ ਦੀ ਆਸ ਨਹੀਂ ਸੀ। ਉਹ ਕੱਚਾ ਜਿਹਾ ਹੋ ਗਿਆ ਤੇ ਉਹਨੇ ਕੱਚਾਈ ਦਾ ਬਦਲਾ ਲਾਉਣ ਲਈ ਕੋਈ ਮੋੜ ਕੀਤਾ, ਪਰ ਉਹਦਾ ਜਵਾਬ ਕੁੜੀਆਂ ਦੇ ਹਾਸੇ 'ਚ ਦਬ ਕੇ ਰਹਿ ਗਿਆ। ਦੂਰੋਂ ਵੀਹੀ ਦੇ ਮੋੜ ਤੋਂ ਰੌਣਕੀ ਬਾਣੀਏ ਨੇ ਖੰਗੂਰ ਮਾਰੀ। ਛਿੰਦੀ ਕਾਹਲੀ ਨਾਲ ਬੋਲੀ, ਵੇ ਲੁੱਚਿਆ, ਸਾਡੇ ਪਿੰਡ ਲੈਚੀਆਂ ਨਹੀਂ ਹੁੰਦੀਆਂ, ਜੇ ਕਹੇ ਲੌਂਗ ਲੈ ਦੇਈਏ। ਲੈਚੀਆਂ ਦੀ ਤਾਂ ਮੇਰੀਆਂ ਅੱਖਾਂ ਮੂਹਰੇ ਢੇਰੀ ਲੱਗੀ ਪਈ ਐ, ਤੂੰ ਕਹਿੰਨੀ ਐ ਮਿਲਦੀਆਂ ਨਹੀਂ। ਜੇ ਮਹਿੰਗੀਆਂ ਨੇ ਸਹੁੰ ਗੁਰੂ ਦੀ ਮੁੱਲ ਤਾਰਨ ਨੂੰ ਤਿਆਰ ਆ। ਮੁੰਡਾ ਜਿਵੇਂ ਲੋਰ 'ਚ ਹੁੰਦਾ ਜਾਂਦਾ ਸੀ। ਵੇ ਤੂੰ ਮੁੱਲ ਕੀ ਤਾਰੇਂਗਾ ਵੱਡਾ ਵਪਾਰੀ? ਛਿੰਦੀ ਨੇ ਬੁੱਲ ਮਰੋੜੇ। ਕਿਉਂ, ਇੱਕ ਲੈਚੀ ਤੁਹਾਡੀ ਲੈ ਨਹੀਂ ਚੱਲੇ? ਹੌਲੀ ਹੌਲੀ ਹੋਰ ਲੈ ਜਾਾਂਗੇ, ਪਰ ਤੇਰੇ ਵਰਗੀ ਲੈਚੀ ਹੋਵੇ ਤਾਂ ਆਪਦਾ ਆਪ ਵੇਚਦੇ ਆ। ਮੁੰਡੇ ਨੇ ਹੌਕਾ ਭਰਿਆ। ਮੈਂ ਤਾਂ ਸਾਰੀਆਂ 'ਚੋਂ ਵਧੀਆ ਲੈਚੀ ਆ, ਪਰ ਤੂੰ ਆਪਦਾ ਮੂੰਹ ਕਦੇ ਸ਼ੀਸ਼ੇ 'ਚ ਵੇਖਿਆ? ਅੱਜ ਵੇਖੀ। ਛਿੰਦੀ ਨੇ ਨੱਕ ਚੜਾਇਆ ਤੇ ਸਾਰੀਆਂ ਕੁੜੀਆਂ ਦਾ ਹਾਸਾ ਫੇਰ ਡੁੱਲ ਗਿਆ। ਰੌਣਕੀ ਪੌੜੀ ਲੈ ਕੇ ਆ ਗਿਆ ਤੇ ਬੋਲਿਆ, ਵੇਖਿਓ ਭਾਈ ਕੁੜੀਓ, ਪੌੜੀ ਲੰਘਾ ਲੈਣ ਦਿਓ। ਕਿੰਨੇ ਦੀ ਦੇਵਾਂ ਮਹਿੰਦੀ? ਚਾਚਾ ਰੁਪਈਏ ਦੀ ਦੇ ਦੇ। ਛਿੰਦੋ ਨੇ ਮੁੰਡੇ ਵੱਲ ਵੇਖਦਿਆਂ ਉਹ ਤੋਂ ਖੋਇਆ ਨੋਟ ਰੌਣਕੀ ਨੂੰ ਫੜਾਤਾ। ਅੱਖਾਂ 'ਚ ਹੱਸਦੀਆਂ ਕੁੜੀਆਂ ਮਹਿੰਦੀ ਲੈ ਕੇ ਤੇ ਉਹਨੂੰ ਠੋਸੇ ਵਿਖਾ ਕੇ ਤੁਰ ਗਈਆਂ। ਧਰਮਸ਼ਾਲਾ ਤੋਂ ਅੱਗੇ ਜਾ ਕੇ ਮੁੜ ਕੇ ਉਸੇ ਭੀੜੀ ਤੇ ਸੁੰਨੀ ਜੀ ਵੀਹੀ ਪੈ ਗਈਆਂ, ਜਿਹੜੀ ਵਿੱਚੋਂ ਦੀ ਉਹ ਦੁਕਾਨ ਤੇ ਆਈਆਂ ਸੀ। ਇਹ ਗਲੀ ਦੀਪੋ ਦੇ ਘਰ ਦੇ ਪਿਛਲੇ ਪਾਸੇ ਉਹਦੇ ਤਾਏ ਦੇ ਘਰ ਲੈ ਜਾਂਦੀ ਸੀ। ਉਹਨਾਂ ਦੀ ਪੌੜੀ ਚੜ੍ਹ ਕੇ ਦੀਪੋ ਦਾ ਘਰ ਨਾਲ ਹੀ ਸੀ। ਇਸ ਤੰਗ ਵੀਹੀ 'ਚ ਅੱਗੇ ਪਿੱਛੇ ਕੋਈ ਨਹੀਂ ਸੀ। ਕੁੜੀਆਂ ਨੇ ਦੀਪੋ ਦੇ ਚੂੰਡੀਆਂ ਵੱਢਣੀਆਂ ਸ਼ੁਰੂ ਕਰਤੀਆਂ। ਕਿਉਂ ਨਹੀਂ ਵੇਖਿਆ ਆਪਦਾ ਪਟਵਾਰੀ ਕਿਵੇਂ ਲੁੱਤਰ ਬੋਲਦਾ ਸੀ? ਲੁੱਚਾ। ਹਾਏ ਨਹੀਂ, ਮੇਰੀਆਂ ਵੱਖੀਆਂ ਕਿਉਂ ਖਾਣ ਲੱਗੀ ਹੋ? ਉਸ ਪਤੰਦਰ ਨਾਲ ਮੱਥਾ ਲਾਉਂਦੀਆਂ ਦੀਪੋ ਨੇ ਅੰਦਰੋਂ ਗਦ ਹੋ ਕੇ ਰੋਸ ਪ੍ਰਗਟਾਇਆ। ਲੈ ਨਹੀਂ, ਤੇਰੇ ਕੁਛ ਲੱਗਦੇ ਨੇ, ਤੇਰੀ ਖਾਤਰ ਰੁਪਈਏ ਦੀ ਮਹਿੰਦੀ ਭੇਜੀ ਹੈ। ਮਹਿੰਦੀ ਵਾਲੀ ਕੁੜੀ ਨੇ ਪੁੜੀ ਉਹਦੇ ਹੱਥ 'ਚ ਦੇ ਦਿੱਤੀ। ਸ਼ਰਮ ਕਰੋ ਨਹੀਂ, ਅੱਧ ਪਚੱਦੀਆਂ ਤਾਂ ਲੈਚੀਆਂ ਲੈ ਕੇ ਆਪਦੇ ਖਸਮ ਨੂੰ ਦੇ ਆਉਂਦੀਆਂ, ਬਾਕੀ ਪੈਸਿਆਂ ਦੀ ਭਾਵੇਂ ਮਹਿੰਦੀ ਲੈ ਆਉਂਦੀਆਂ। ਦੀਪੋ ਨੇ ਜਾਣਬੁੱਝ ਕੇ ਕੁੜੀਆਂ ਨੂੰ ਛੇੜਨ ਲਈ ਆਖਿਆ। ਖਸਮ ਲੱਗਦਾ ਹੋ ਤੇਰਾ, ਸਾਡਾ ਤਾਂ ਉਹ ਸਾਲਾ ਲੱਗਦਾ। ਛਿੰਦੀ ਨੇ ਦੀਪੋ ਨੂੰ ਠੋਸਾ ਵਿਖਾਇਆ। ਹਾਏ ਨਹੀਂ, ਇਹ ਤਾਂ ਹੁਣੇ ਉਹਦੀ ਹੋ ਗਈ। ਨਹੀਂ ਆਪਦੇ ਨਵੇਂ ਘਰ ਨੂੰ ਸਿਆਣੀ ਅੜਿਆ, ਇਹ ਤਾਂ ਪਹਿਲੀ ਵਾਰੀ ਵੇਖ ਕੇ ਹੀ ਉਹਦੇ ਉੱਤੇ ਮਰ ਮੁੱਕ ਗਈ। ਨਹੀਂ ਚੰਦਰਾ ਸੋਹਣਾ ਕਿਹੜਾ ਥੋੜਾ ਹੈ। ਤੇ ਖਿੜਖਿੜ ਹੱਸਦੀ ਕੁੜੀਆਂ ਦੀ ਟੰਡਲੀ ਦੀਪੋ ਨੂੰ ਉਹਨਾਂ ਵਿੱਚ ਆਪਣੇ ਵਿਚਕਾਰ ਲੈ ਕੇ ਉਹਨਾਂ ਦੀ ਸਬਾਤ ਵਿੱਚ ਪਹੁੰਚ ਗਈ। ਕੁੜੇ ਇੱਧਰ ਕਿੱਧਰ ਗਈਆਂ ਸੀ ਸਾਰੀਆਂ? ਦੀਪੋ ਦੀ ਤਾਈ ਨੇ ਪੁੱਛਿਆ। ਤਾਈ ਜੰਗਲ ਪਾਣੀ ਗਈਆਂ ਸੀ। ਛਿੰਦੋ ਸਾਰੀਆਂ ਤੋਂ ਪਹਿਲਾਂ ਬੋਲ ਪਈ। ਗੱਲ ਦਾ ਮੋੜ ਮੌਕੇ ਸਿਰ ਉਹਨੂੰ ਹੀ ਕਰਨਾ ਹੁੰਦਾ ਸੀ। ਨੀਤੀ ਉਹ ਪਿੰਡ 'ਚ ਜਾਨੀ ਫਿਰਦੇ ਆ, ਹੁਣ ਨਹੀਂ ਇਹਨੂੰ ਘਰੋਂ ਬਾਹਰ ਕੱਢਣਾ। ਅੰਦਰ ਬੈਠੋ, ਹੱਸੋ ਖੇਡੋ, ਬੁੜੀ ਨੇ ਮੱਤ ਦਿੱਤੀ। ਚੰਗਾ ਤਾਈ, ਛਿੰਦੋ ਆਗਿਆਕਾਰ ਬਣ ਕੇ ਬੋਲੀ। ਸਵੇਰ ਹੋਈ। ਭਾਈ ਜੀ ਨੇ ਸਾਜ਼ ਸੁਰ ਕਰ ਲਏ। ਅੰਦਰ ਕੁੜੀਆਂ ਦੀਪੋ ਨੂੰ ਤਿਆਰ ਕਰਨ ਲੱਗ ਪਈਆਂ। ਜਾਂਜੀ ਆਏ, ਥਾਂ ਥਾਈਂ ਬੈਠ ਗਏ। ਲਾੜਾ ਗ੍ਰੰਥ ਸਾਹਿਬ ਅੱਗੇ ਵਿਛੇ ਗਧੈਲੇ ਤੇ ਪਿੱਛੇ ਹਟ ਕੇ ਬੈਠ ਗਿਆ। ਕੁਝ ਚਿਰ ਪਿੱਛੋਂ ਭਾਈ ਜੀ ਬੋਲਿਆ, ਕਾਕਾ ਅੱਗੇ ਆ ਜਾਓ ਜੀ, ਨਾਲੇ ਬੀਬੀ ਨੂੰ ਲਿਆਓ। ਤੇ ਝੁੰਗਲ ਮਾਟਾ ਬਣੀ ਦੀਪੋ ਆਪਣੇ ਵੱਡੀ ਭੈਣ ਦੇ ਆਸਰੇ ਨਿੱਕੇ ਨਿੱਕੇ ਪੈਰ ਪੁੱਟਦੀ ਸਿਹਰਿਆਂ 'ਚ ਸਜੇ ਬੈਠੇ ਲਾੜੇ ਦੇ ਖੱਬੇ ਹੱਥ ਆ ਬੈਠੀ। ਚਾਦਰੇ 'ਚ ਲਪੇਟੀ ਦੀਪੋ ਨੂੰ ਕੋਈ ਪਤਾ ਨਾ ਲੱਗਿਆ, ਪਰ ਕੁੜੀਆਂ ਪਰੇਸ਼ਾਨ ਸਨ। ਲੈਚੀਆਂ ਵਾਲਾ ਦੀਪੋ ਦਾ ਪ੍ਰਾਹੁਣਾ ਜਾਂਜੀਆਂ 'ਚ ਬੈਠਾ ਸੀ ਤੇ ਸਿਹਰਿਆਂ 'ਚ ਕੋਈ ਹੋਰ ਸੀ। ਆਨੰਦ ਕਾਰਜ ਪਿੱਛੋਂ ਲਾੜੇ ਨੂੰ ਅੰਦਰ ਬੁਲਾਇਆ ਗਿਆ। ਕੁੜੀਆਂ ਨੇ ਛੰਦ ਸੁਣਾਉਣ ਦੀ ਰਸਮ ਕਰਨੀ ਸੀ। ਹਰਚੰਦ ਆਪਣੇ ਨਾਲ 2 ਮੁੰਡੇ ਹੋਰ ਲੈ ਕੇ ਗਿਆ। ਉਹਨਾਂ 'ਚੋਂ ਇੱਕ ਕੁੜੀਆਂ ਦਾ ਲੈਚੀਆਂ ਵਾਲਾ ਸੀ। ਦੀਪੋ ਨੇ ਕੁੜੀਆਂ ਦੀ ਓਟ 'ਚ ਲਾੜੇ ਵੱਲ ਵੇਖਿਆ ਤੇ ਫਿਰ ਸਹੇਲੀਆਂ ਵੱਲੋਂ ਵਿਖਾਏ ਗਏ ਆਪਣੇ ਪ੍ਰਾਹੁਣੇ ਵੱਲ, ਜੋ ਸਰਵਾਲਾ ਬਣ ਕੇ ਨਾਲ ਆਇਆ ਸੀ। ਹਰਚੰਦ ਸੋਹਣਾ ਗੱਭਰੂ ਸੀ, ਭਾਵੇਂ ਸਰਵਾਲੇ ਜਿੰਨਾ ਨਾ ਸਹੀ, ਪਰ ਦੀਪੋ ਦੇ ਅੰਦਰ ਕੁਝ ਜਗਦਾ ਬੁਝ ਗਿਆ। ਕੁੜੀਆਂ ਮੁੰਡੇ ਕਿੰਨਾ ਹੀ ਚਿਰ ਇੱਕ ਦੂਜੇ ਨੂੰ ਟਿਚਰਾਂ ਮਖੌਲ ਕਰਦੇ ਰਹੇ। ਪਿੱਛੋਂ ਕੁੜੀਆਂ ਨੇ ਪਤਾ ਕੀਤਾ ਸਰਵਾਲੇ ਦਾ ਨਾਂ ਰਣਧੀਰ ਸੀ। ਉਹ ਹਰਚੰਦ ਦੇ ਮਾਮੇ ਦਾ ਪੁੱਤ ਸੀ। ਉਹ ਬਠਿੰਡੇ 12ਵੀਂ ਜਮਾਤ 'ਚ ਪੜ੍ਹਦਾ ਸੀ। ਹਰਚੰਦ ਵਿਚਾਰਾ ਤਾਂ ਮੰਗਣੇ ਤੋਂ ਪਿੱਛੋਂ 2 ਵਾਰ ਫੇਲ ਹੋ ਕੇ ਪੜ੍ਹਨੋਂ ਹੀ ਹਟ ਗਿਆ ਸੀ। ਅਗਲੇ ਦਿਨ ਦੀਪੋ ਵਿਦਾ ਹੋਈ। ਤੀਜੇ ਦਿਨ ਉਹ ਵਾਪਸ ਪੇਕੀ ਮੁੜੀ ਤਾਂ ਉਹਦੇ ਨਾਲ ਹਰਚੰਦ ਤੇ 4 ਬੰਦੇ ਹੋਰ ਸਨ। ਉਹ ਮੁਕਲਾਵਾ ਲੈਣ ਆਏ ਸਨ।
ਰਣਧੀਰ ਉਹਨਾਂ ਦੇ ਨਾਲ ਨਹੀਂ ਸੀ। ਉਹਨੂੰ ਕਾਲਜ ਤੋਂ ਛੁੱਟੀ ਨਹੀਂ ਸੀ ਮਿਲੀ, ਉਹਦਾ ਕੋਈ ਇਮਤਿਹਾਨ ਸੀ। ਦੀਪੋ ਮੁਕਲਾਵੇ ਆਈ। ਦੀਪੋ ਸਹੁਰੀ ਵਸਣ ਰਸਣ ਲੱਗੀ। ਉਹ ਹੱਸਦੀ ਖੇਡਦੀ, ਦਿਨ ਨੂੰ ਉਹ ਗੁਆਂਢ ਦੀਆਂ ਕੁੜੀਆਂ ਨਾਲ ਰਚੀ ਮਿਚੀ ਰਹਿੰਦੀ, ਪਰ ਜਦੋਂ ਡੂੰਘੀ ਆਥਣ ਹੁੰਦੀ ਤੇ ਉਹ ਕੰਮ ਤੋਂ ਵਿਹਲੀ ਹੋ ਕੇ ਮੰਜੇ ਡਾਉਂਦੀ, ਹਰ ਸ਼ਾਮ ਨੂੰ ਉਹਨੂੰ ਲੱਗਦਾ ਜਿਵੇਂ ਉਹ ਆਪਣੀ ਬਾਹੀ ਕਿਸੇ ਓਪਰੇ ਮਰਦ ਦੀ ਬਾਹੀ ਨਾਲ ਜੋੜ ਰਹੀ ਹੋਵੇ ਤੇ ਉਹਨੂੰ ਰਣਧੀਰ ਯਾਦ ਆ ਜਾਂਦਾ। ਇੱਕ ਦਿਨ ਵਿਹਲੀ ਬੈਠੀ ਦੀਪੋ ਨੇ ਕਰੋਸ਼ੀਏ ਉੱਤੇ ਰੁਮਾਲ ਲਾਇਆ। ਜਦੋਂ ਉਹਨੇ ਪਹਿਲੇ ਕੁੰਡੇ ਪਾਏ, ਪਤਾ ਨਹੀਂ ਕਿਉਂ ਰਣਧੀਰ ਉਹਨੂੰ ਇੱਕਦਮ ਯਾਦ ਆ ਗਿਆ। ਉਹਨੇ ਆਪਣੇ ਆਪ ਨੂੰ ਝਿੜਕਿਆ। ਰਣਧੀਰ ਉਹਦਾ ਕੀ ਲੱਗਦਾ ਸੀ? ਉਹਨੇ ਹਰਚੰਦ ਨਾਲ ਗੁਰੂ ਮਹਾਰਾਜ ਸਾਹਮਣੇ ਲਾਵਾਂ ਲਈਆਂ ਸਨ। ਭਾਈ ਜੀ ਨੇ 2 ਪਿੰਡਾਂ ਸਾਹਮਣੇ ਉਹਨਾਂ ਦੇ ਆਨੰਦ ਪੜ੍ਹੇ ਸਨ। ਹਰਚੰਦ ਦੇ ਮੋਢੇ ਉੱਤੇ ਰੱਖੇ ਜਿਹੜੇ ਤੌਲੀਏ ਦੇ ਲੜ ਨਾਲ ਉਹਨੇ ਪੱਲੇ ਦੀ ਗੰਢ ਪਵਾ ਕੇ ਭਾਈ ਜੀ ਨੇ ਮੇਰੀ ਬਾਂਹ ਨਾ ਛੋਡੀ ਵੇ ਸਾਜਣਾ ਮੈਂ ਲੜ ਲੱਗੀ ਤੇਰੇ ਸ਼ਬਦ ਪੜਿਆ ਸੀ। ਸੰਦੂਕ 'ਚ ਸਾਂਭੇ ਪਏ ਉਸ ਤੌਲੀਏ ਦੇ ਲੜ ਉੱਤੇ ਪਈ ਹੋਈ ਮਰੋੜੀ ਵੀ ਅਜੇ ਉਵੇਂ ਜਿਵੇਂ ਕਾਇਮ ਸੀ। ਉਹ ਭਲਾ ਰਣਧੀਰ ਬਾਰੇ ਕਿਉਂ ਸੋਚੇ? ਵਿਆਹ ਤੋਂ 6 ਮਹੀਨੇ ਪਿੱਛੋਂ ਰਣਧੀਰ ਇੱਕ ਦਿਨ ਭੂਆ ਦੇ ਪਿੰਡ ਮਿਲਣ ਆਇਆ। ਹਰਚੰਦ ਤੇ ਉਹਦਾ ਛੋਟਾ ਭਾਈ ਮੱਖਣ ਮਸ਼ੀਨ ਉੱਤੇ ਚਾਰਾ ਕੁਤਰ ਰਹੇ ਸਨ। ਦੀਪੋ ਚੁੱਲ੍ਹੇ ਕੋਲ ਬੈਠੀ ਰੋਟੀ ਦਾ ਆਰ ਕਰ ਰਹੀ ਸੀ। ਰਣਧੀਰ ਦੇ ਭੂਆ ਤੇ ਫੁੱਫੜ ਉਹਦੇ ਆਉਣ ਤੋਂ ਬਸ 1 ਘੰਟਾ ਪਹਿਲਾਂ ਨੇੜੇ ਦੇ ਕਿਸੇ ਪਿੰਡ ਗਏ ਸਨ। ਉੱਥੇ ਮੂੰਹ ਮਲਾਜੇ ਵਾਲਾ ਕੋਈ ਬੰਦਾ ਬਿਮਾਰ ਸੀ ਤੇ ਉਹਦਾ ਪਤਾ ਲੈਣ ਗਏ ਸੀ। ਸ਼ਾਮ ਪੈ ਗਈ। ਸੀਰੀ ਤੇ ਮੱਖਣ ਰੋਟੀ ਖਾਣ ਪਿੱਛੋਂ ਰੋਜ਼ ਵਾਂਗ ਬਰਛੇ ਚੁੱਕ ਕੇ ਨਰਮੇ ਦੀ ਰਾਖੀ ਰੱਖਣ ਲਈ ਖੇਤ ਨੂੰ ਤੁਰ ਪਏ। ਰਣਧੀਰ ਨੇ ਆਪਣਾ ਟੈਚੀ ਖੋਲਿਆ ਤੇ ਵਿਲਾਇਤੀ ਸ਼ਰਾਬ ਦੀ ਬੋਤਲ ਕੱਢ ਲਈ। ਸਬਾਤ 'ਚ ਬੈਠ ਕੇ ਉਹ ਤੇ ਹਰਚੰਦ ਪੀਣ ਲੱਗ। ਕੁਛ ਨਾਲ ਨੂੰ ਸਲੂਣਾ ਤਾਂ ਮੰਗਵਾ, ਰਣਧੀਰ ਨੇ ਗਲਾਸਾਂ 'ਚ ਸ਼ਰਾਬ ਤੇ ਪਾਣੀ ਪਾਉਂਦਿਆਂ ਆਖਿਆ। ਦੀਪੋ ਇੱਥੋਂ ਦਾਲ ਦੀ ਕੌਲੀ ਲਿਆ, ਨਾਲੇ ਚਮਚਾ ਲੈ ਆਈ। ਹਰਚੰਦ ਨੇ ਉੱਥੋਂ ਹੀ ਆਵਾਜ਼ ਦਿੱਤੀ। ਹੱਥ ਲੰਮਾ ਘੁੰਡ ਕੱਢਿਆ ਹੋਇਆ ਦੀਪੋ ਕਾਂਸੀ ਦੇ ਕਟੋਰੇ 'ਚ ਦਾਲ ਲੈ ਕੇ ਆਈ, ਵਿੱਚ ਚਮਚਾ ਰੱਖਿਆ ਹੋਇਆ। ਵਾਹ ਬਈ ਵਾਹ ਹਰਚੰਦ, ਤੁਸੀਂ ਮੈਨੂੰ ਜੇਠ ਬਣਾਉਣ ਵਾਲੇ ਨਾਲੋਂ ਦੋਵੇਂ ਜੀ ਉਂਝ ਹੀ ਮੇਰੇ ਜੁੱਤੀਆਂ ਮਾਰ ਲਓ। ਭਾਬੀ ਬਾਈ ਹਰਚੰਦ ਤਾਂ ਮੈਥੋਂ 5 ਮਹੀਨੇ ਵੱਡਾ ਹੈ, ਮੈਥੋਂ ਘੁੰਡ ਦਾ ਕੀ ਕੰਮ? ਰਣਧੀਰ ਨੇ ਗਿਲਾ ਕੀਤਾ। ਦੀਪੋ ਚੁੱਪ ਰਹੀ, ਪਰ ਰਣਧੀਰ ਨੂੰ ਲੱਗਿਆ ਜਿਵੇਂ ਉਹ ਘੁੰਡ 'ਚ ਮੁਸਕਰਾ ਰਹੀ ਹੋਵੇ। ਹਰਚੰਦ ਨੇ ਵੀ ਸਵਾਰਜ ਕੀਤੀ। ਦੀਪੋ ਰਣਧੀਰ ਤਾਂ ਸੱਚੀਓ ਮੈਥੋਂ 5 ਮਹੀਨੇ ਛੋਟਾ, ਘੁੰਡ ਚੱਕਦੇ। ਹੁਣ ਇੱਕ ਵਾਰ ਜਦੋਂ ਕੱਢ ਹੀ ਲਿਆ, ਇਉਂ ਹੀ ਘੁੰਡ ਕਿਵੇਂ ਚੱਕਦੇ ਆ? ਦੀਪੋ ਹੌਲੇ ਜਿਹੇ ਬੋਲੀ। ਰਣਧੀਰ ਬਈ ਘੁੰਡ ਛਡਾਈ ਦੇ ਦੇ। ਹਰਚੰਦ ਹੱਸਿਆ। ਰਣਧੀਰ ਨੇ 100 ਦਾ ਨੋਟ ਬਟੀਓ 'ਚੋਂ ਕੱਢ ਕੇ ਆਖਿਆ, ਲੈ ਭਾਬੀ ਆ ਤੇਰੇ ਚਰਨਾਂ 'ਚ ਮੇਰੀ ਭੇਟਾ। ਇੰਨਿਆਂ ਦਾ ਕੋਈ ਰਾਹ? ਕੋਈ ਛੋਟਾ ਨੋਟ ਦੇ ਦੇ। ਦੀਪੇ ਨੇ ਸਿਰ ਮਾਰਦਿਆਂ ਨੋਟ ਮੋੜ ਕੇ ਰਣਧੀਰ ਵੱਲ ਕੀਤਾ। ਮੇਰੇ ਕੋਲੇ ਤੋਂ ਛੋਟਾ ਨੋਟ ਹੀ ਨਹੀਂ, ਨਾਲੇ ਤੇਰੀ ਮੂੰਹ ਵਿਖਾਈ ਦਾ ਭਾਬੀ ਇਹ ਕੀ ਕੋਈ ਬਹੁਤਾ? ਨਹੀਂ ਇੰਨੇ ਨਹੀਂ ਮੈਂ ਰੱਖਣੇ, ਘਰ ਆਏ ਦੇ ਲੀੜੇ ਤਾਂ ਨਹੀਂ ਲਾਉਣੇ। ਨਹੀਂ ਭਾਬੀ ਤੂੰ ਰੱਖ, ਐਵੇਂ ਰੌਲਾ ਨਾ ਪਾ, ਰਣਧੀਰ ਬੋਲਿਆ। ਚੱਲ ਹੁਣ ਤਾਂ ਚੱਕ, ਤੜਕੇ 5 ਰੁਪਏ ਰੱਖ ਕੇ ਬਾਕੀ ਮੋੜ ਦੇ। ਹੁਣ ਕਿ ਐਵੇਂ ਰੌਲਾ ਪਾਇਆ ਵਾਧੂ, ਜਾ 4 ਲਿਆ ਜਾ ਕੇ, ਹਰਚੰਦ ਬੋਲਿਆ। ਦੀਪੋ 4 ਲੈਣ ਰਸੋਈ 'ਚ ਗਈ। ਜਦੋਂ ਮੁੜ ਕੇ ਆਈ ਉਹਨੇ ਘੁੰਡ ਨਹੀਂ ਸੀ ਕੱਢਿਆ ਹੋਇਆ। ਉਹਦੇ ਮੱਥੇ 'ਚੋਂ ਚਾਨਣ ਫੁੱਟ ਪੈ ਰਿਹਾ ਸੀ। ਸੋਹਣੀ ਕੁੜੀ ਤੇ ਨਵੀਂ ਵਿਆਹੀ, ਜਿਹਨੂੰ ਤੇ ਅਜੇ ਵਿਆਹੁਤਾ ਜੀਵਨ ਵਾਲਾ ਕੋਈ ਚਿੰਤਾ ਫਿਕਰ ਨਾ ਚੰਬੜਿਆ ਹੋਵੇ, ਬਸ ਮਰਦ ਦੀ ਛੋਹੀ ਛੋਹ ਮਿਟੀ ਹੋਵੇ। ਉਹਦੇ ਰੂਪ ਦੀ ਝਾਲ ਕੌਣ ਝੱਲੇ? ਰਣਧੀਰ ਕੇਲਿਆ ਗਿਆ। ਉਹ ਇੱਕ ਪਲ ਦੀਪੋ ਦੇ ਦਗ-ਦਗ ਕਰਦੇ ਚਿਹਰੇ ਵੱਲ ਵੇਖਦਾ ਹੀ ਰਹਿ ਗਿਆ। ਫਿਰ ਉਹਨੇ ਹਰਚੰਦ ਤੋਂ ਝਿਪ ਕੇ ਉਸ ਵੱਲੋਂ ਅੱਖਾਂ ਮੋੜੀਆਂ ਤੇ ਬੋਲਿਆ, ਚੰਦ ਬਾਈ ਬੜੇ ਭਾਗਾਂ ਵਾਲਾ ਬੰਦਾ, ਜਿਹਨੂੰ ਭਾਬੀ ਵਰਗੀ ਸੋਹਣੀ। ਓਏ ਭਾਈ ਐਵੇਂ ਨਾ ਮੇਰੇ ਸਿਰ ਚੜਾ ਦੇ। ਸੋਹਣੀ ਸੋਹਣੀ ਕਰਕੇ ਹਰਚੰਦ ਨੇ ਉੱਤਰ ਦਿੱਤਾ ਤੇ ਤਿੰਨੇ ਹੱਸ ਪਏ। ਤੂੰ ਸਿਰ ਚੜਾਉਣ ਦੀ ਗੱਲ ਕਰਦਾ? ਭਾਬੀ ਵਰਗੀ ਸੋਹਣੀ ਦਾ ਕੋਈ ਜੇ ਸਿਰ ਉੱਤੇ ਪੀੜਾ ਡਾ ਕੇ ਚੱਕੀ ਰੱਖਣੀ ਹੋਵੇ ਤਾਂ ਵੀ ਸਹੁੰ ਗੁਰੂ ਦੀ ਭੋਰਾ ਭਾਰ ਨਾ ਲੱਗੇ, ਰਣਧੀਰ ਨੇ ਆਖਿਆ। ਹਰਚੰਦ ਤੇ ਉਹ ਹੱਸ ਪਏ। ਦੀਪੋ ਨੇ ਸੰਗ ਕੇ ਨੀਵੀਂ ਪਾ ਲਈ। ਦੀਪੋ ਫਿਰ ਰਸੋਈ 'ਚ ਚਲੀ ਗਈ। ਹਰਚੰਦ ਉੱਠਿਆ ਤੇ ਬੋਲਿਆ, ਰਣਧੀਰ 2 ਮਿੰਟ ਬੈਠ, ਮੈਂ ਇੱਕ ਵਾਰੀ ਪਸ਼ੂਆਂ ਨੂੰ ਥਾਂ ਥਾਈਂ ਵੇਖ ਆਵਾਂ, ਨਾਲੇ 2 ਟੋਕਰੇ ਚਾਰੇ ਦੇ ਸਿੱਟ ਦਿਆਂ ਉਹਨਾਂ ਮੂਹਰੇ। ਦੀਪੋ ਹਰਚੰਦ ਨੂੰ ਪਸ਼ੂਆਂ ਵਾਲੇ ਕੋਠੇ 'ਚ ਜਾਂਦਿਆਂ ਵੇਖ ਕੇ ਸਬਾਤ 'ਚ ਆਈ। ਸੰਦੂਕ ਖੋਲ ਕੇ ਉਹਨੇ ਕਰੋਸ਼ੀਏ ਨਾਲ ਬੁਣਿਆ ਹੋਇਆ ਰੁਮਾਲ ਕੱਢਿਆ। ਰਣਧੀਰ ਦੇ ਪੱਟਾਂ ਉੱਤੇ ਰੱਖ ਕੇ ਬੋਲੀ, ਲੈ ਦਿਓਰਾ, ਤੈਨੂੰ ਮੂੰਹ ਵਿਖਾਉਣ ਦੇ ਨਾਲ ਨਿਸ਼ਾਨੀ, ਸਾਂਭ ਕੇ ਰੱਖੀ। ਭਾਬੀ ਇਹ ਤੇਰੀ ਨਿਸ਼ਾਨੀ ਹੋਵੇ ਤੇ ਮੈਂ ਸਾਂਭ ਕੇ ਨਾ ਰੱਖਾਂ? ਭਾਬੀ ਇਹ ਤਾਂ ਮੇਰੀ ਹਿੱਕ ਨਾਲ ਰਿਹਾ ਕਰੂ। ਰਣਧੀਰ ਨੇ ਰੁਮਾਲ ਨੂੰ ਬੁੱਲਾਂ ਨਾਲ ਲਾਇਆ ਤੇ ਤੈਅ ਕਰਕੇ ਜੇਬ 'ਚ ਸਾਂਭ ਲਿਆ। ਕਿੰਨੀ ਰਾਤ ਗਈ ਤੱਕ ਰਣਧੀਰ ਤੇ ਹਰਚੰਦ ਪੀਂਦੇ ਰਹੇ। ਉਹਨਾਂ ਦੇ ਮੰਜਿਆਂ ਤੋਂ ਪਰੇ ਕਾਫੀ ਹਟਵਾਂ ਥੰਮ ਦੇ ਦੂਜੇ ਪਾਸੇ ਦੀਪੋ ਨੇ ਆਪਣਾ ਮੰਜਾ ਵਿਛਾ ਲਿਆ। ਉਹ ਵਿਹਲੀ ਬੈਠੀ ਹਰਚੰਦ ਦੇ ਸਵੈਟਰ ਦੀਆਂ ਸਲਾਈਆਂ ਪਾਉਣ ਲੱਗ ਪਈ। ਕਦੀ ਕਿਸੇ ਗੱਲ 'ਚੋਂ ਹੁੰਗਾਰਾ ਭਰ ਦਿੰਦੀ, ਕਦੀ ਬਸ ਉਹਨਾਂ ਦੀ ਗੱਲ ਉੱਤੇ ਚੁੱਪ ਰਹਿ ਕੇ ਹੱਸ ਜਾਂ ਮੁਸਕਰਾ ਛੱਡਦੀ। ਹਰਚੰਦ ਨੇ ਹੁਣ ਤੱਕ ਘਰੇਲੂ ਦਸਤਕਾਰੀ ਦੀ ਰੂੜੀ ਮਾਰਕਾ ਜਾਂ ਵੱਧ ਤੋਂ ਵੱਧ
ਖਾਸੇ ਦੀ ਬਣੀ ਤੇ ਥੋਕ ਵਾਲਿਆਂ ਦੇ ਧੱਕੇ ਚੜੀ ਸੰਤਰਾ ਹੀ ਪੀਤੀ ਸੀ ਜੋ ਬਰੂਦ ਵਾਂਗ ਸਿਰ ਨੂੰ ਚੜ ਜਾਇਆ ਕਰਦੀ ਸੀ। ਵਿਸਕੀ ਉਹਨੂੰ ਇੱਕ ਅਨੋਖਾ ਹੁਲਾਰਾ ਤਾਂ ਜ਼ਰੂਰ ਦੇ ਰਹੀ ਸੀ ਪਰ ਉਸ ਜਿੰਨੀ ਨਸ਼ੀਲੀ ਨਹੀਂ ਸੀ ਲੱਗ ਰਹੀ। ਰਣਧੀਰ ਬਹੁਤੀ ਨਹੀਂ ਸੀ ਪੀਂਦਾ, ਉਹ ਥੋੜਾ ਜਿਹਾ ਪੈਗ ਪਾਉਂਦਾ ਪਰ ਹਰਚੰਦ ਚੰਗਾ ਵਾਹਵਾ ਹਾੜਾ ਪਾ ਲੈਂਦਾ। ਬੋਤਲ 'ਚ ਤੀਜਾ ਕੁ ਹਿੱਸਾ ਸ਼ਰਾਬ ਰਹਿ ਗਈ ਸੀ। ਹਰਚੰਦ ਨੂੰ ਧੀਮਾ ਧੀਮਾ ਨਸ਼ਾ ਚੜ੍ਹਦੇ ਦਾ ਪਤਾ ਵੀ ਨਾ ਲੱਗਿਆ। ਹੁਣ ਉਹ ਗੱਲਾਂ ਕਰਦਾ ਕਰਦਾ ਹੀ ਬੈਠਾ ਬੈਠਾ ਕਬੂਤਰ ਵਾਂਗ ਅੱਖਾਂ ਮੀਟਣ ਲੱਗ ਪਿਆ। ਰਣਧੀਰ ਨੇ ਦੀਪੇ ਨੂੰ ਕਿਹਾ, ਭਾਬੀ ਰੋਟੀ ਲਿਆ ਖਾਈਏ, ਤੇ ਉਹਨੇ ਦੀਪੇ ਵੱਲ ਵੇਖਿਆ ਤਾਂ ਉਹਦਾ ਮੂੰਹ ਹੁਣ ਹੋਰ ਵੀ ਸੋਹਣਾ ਲੱਗਿਆ। ਉਹਨੇ ਆਪਣੇ ਆਪ ਨੂੰ ਆਖਿਆ, ਬਸ ਹੁਣ ਹੋਰ ਨਹੀਂ ਪੀਣੀ। ਸੋਹਣੀਆਂ ਚੀਜ਼ਾਂ ਹੋਰ ਵੀ ਸੋਹਣੀਆਂ ਲੱਗਣ ਲੱਗ ਪਈਆਂ। ਹੁਣ ਅੱਖਾਂ 'ਚ ਪੂਰਾ ਤਰਾਰਾ ਆ ਗਿਆ। ਦੀਪੋ ਰੋਟੀ ਲੈ ਆਈ। ਬਾਈ ਇੱਕ ਇੱਕ ਹਾੜਾ ਹੋਰ ਲਾ ਲਈਏ। ਰੋਟੀ ਚੰਗੀ ਤਰ੍ਹਾਂ ਸਵਾਦ ਨਾਲ ਖਾਧੀ ਜਾਊ। ਹਰਚੰਦ ਬੋਲਿਆ, ਨਹੀਂ ਚੰਦ ਬਾਈ ਬਸ, ਹੁਣ ਤਾਂ ਰੋਟੀ ਖਾਣ ਵਾਲੇ ਹੋਏ ਪਏ ਆ, ਫੇਰ ਔਖੇ ਹੋਵਾਂਗੇ। ਤੇਰੀ ਮਰਜ਼ੀ ਹੈ, ਪੀਣੀ ਹੈ ਬਸ਼ੱਕ ਪੀ ਲੈ, ਪਈ ਅਜੇ ਬਹੁਤ ਹੈ, ਮੈਂ ਤਾਂ ਪੀਣੀ ਨਹੀਂ। ਰਣਧੀਰ ਨੇ ਸਿਰ ਫੇਰ ਦਿੱਤਾ। ਚੰਗਾ ਫਿਰ ਪ੍ਰੇਮ ਪਿਆਲਾ ਤਾਂ ਕਰ ਲਈਏ। ਹਰਚੰਦ ਨੇ ਰਣਧੀਰ ਦਾ ਹੱਥ ਜ਼ੋਰ ਨਾਲ ਘੁੱਟ ਕੇ ਆਖਿਆ, ਤੇਰੀ ਮਰਜ਼ੀ। ਰਣਧੀਰ ਨੇ ਪੇਂਡੂ ਪਿਆਕਾਂ ਦੀ ਪੁਰਾਣੀ ਰਵਾਇਤ ਅੱਗੇ ਸਿਰ ਨਿਵਾ ਦਿੱਤਾ। ਹਰਚੰਦ ਨੇ ਇੱਕੋ ਗਲਾਸ 'ਚ ਵਾਹਵਾ ਸ਼ਰਾਬ ਪਾਈ ਤੇ ਪਾਣੀ ਪਾ ਕੇ ਰਣਧੀਰ ਨੂੰ ਫੜਾਤੀ। ਰਣਧੀਰ ਨੇ 2 ਘੁੱਟਾਂ ਭਰੀਆਂ, ਮੋੜ ਕੇ ਹਰਚੰਦ ਦੇ ਹਵਾਲੇ ਕਰ। ਹਰਚੰਦ ਨੇ ਗਲਾਸ ਲਾਲਟਨ ਵੱਲ ਕੀਤਾ ਤੇ ਬੋਲਿਆ, ਰਣਧੀਰ ਵੀਰਾ, ਬੁੱਲ ਛੁਹਾਣ ਦਾ ਸ਼ਗਨ ਹੀ ਕੀਤਾ ਹੈ, ਬਸ ਦਾਰੂ ਤਾਂ ਉਨੀ ਦੀ ਉਨੀ ਪਈ ਹੈ, ਬਸ ਬਸ ਪੀ ਲੈ, ਹੁਣ ਰੋਟੀ ਖਾਈਏ। ਰਣਧੀਰ ਰੋਟੀ ਲਈ ਕਾਹਲਾ ਸੀ, ਰਾਤ ਬਹੁਤ ਹੋ ਗਈ ਸੀ। ਹਰਚੰਦ ਨੂੰ ਬਹੁਤ ਚੜ ਗਈ। ਰਹਿੰਦੀ ਖੂੰਦੀ ਕਸਰ ਪ੍ਰੇਮ ਪਿਆਲੇ ਨੇ ਪੂਰੀ ਕਰ ਦਿੱਤੀ। ਉਹਨੇ ਇੱਕ ਅੱਧ ਰੋਟੀ ਨਿਗਲੀ ਤੇ ਟੇਢਾ ਹੋ ਗਿਆ। ਰਣਧੀਰ ਨੇ ਉੱਠ ਕੇ ਉਹਨੂੰ ਝੰਜੋੜਦਿਆਂ ਪੁੱਛਿਆ, ਹਰਚੰਦ ਬਾਈ ਰੋਟੀ ਬਸ। ਹਰਚੰਦ ਨੇ ਲਾਲ ਹੋ ਚੁੱਕੀਆਂ ਬੋਝਲ ਅੱਖਾਂ ਪੁੱਟੀਆਂ ਤੇ ਮੂੰਹੋਂ ਕੁਝ ਆਖਿਆ ਪਰ ਨਸ਼ੇ ਦੀ ਬੌਲਤਾ ਵਿੱਚ ਉਹਦੀ ਗੱਲ ਸਮਝ 'ਚ ਨਹੀਂ ਸੀ ਆ ਰਹੀ। ਉਹਨੇ ਕੁਝ ਉੜਲ ਕਰਕੇ ਹੱਥ ਮਾਰ ਦਿੱਤਾ। ਰਣਧੀਰ ਨੇ ਉਹਨੂੰ ਮੋਢਿਆਂ ਤੋਂ ਫੜ ਕੇ ਠੀਕ ਤਰ੍ਹਾਂ ਪਾਇਆ, ਉੱਤੇ ਖੇਸ ਦੇ ਦਿੱਤਾ। ਉਹ ਰੱਜੇ ਹੋਏ ਸੂਰ ਵਾਂਗ ਸਾਹ ਲੈਣ ਲੱਗ। ਰਣਧੀਰ ਨੇ 2-4 ਬੁਰਕੀਆਂ ਹੋਰ ਲਾਈਆਂ। ਲੈ ਭਾਬੀ ਹੱਥ ਧਵਾ ਦੇ, ਬਾਈ ਤਾਂ ਹੋ ਗਿਆ ਲੰਮਲੇਟ। ਉਹ ਹੱਸਿਆ, ਇਹ ਤਾਂ ਧੀਰਿਆ ਜੇ ਬਹੁਤੀ ਪੀ ਲਵੇ ਐਵੇਂ ਕਰਦਾ ਹੁੰਦਾ, ਹੁਣ ਬੇਸੁਰਤਾਂ ਵਾਂਗੂ ਪਿਆ ਰਹੂ ਬਸ ਸਵੇਰ ਤਾਈਂ। ਦੀਪੋ ਨੇ ਥਾਲ ਸਟੂਲ ਤੋਂ ਚੁੱਕਦਿਆਂ ਜਵਾਬ ਦਿੱਤਾ, ਭਾਬੀ ਭਾਂਡੇ ਕੀ ਭੱਜੇ ਜਾਂਦੇ ਨੇ, ਸਵੇਰੇ ਮਾਂਜ ਲਈ, 2 ਘੜੀਆਂ ਬੈਠਦਾ ਜਾ। ਰਣਧੀਰ ਨੇ ਇੱਕ ਤਰ੍ਹਾਂ ਮਿੰਨਤ ਕੀਤੀ। ਮਾਂਜ ਤਾਂ ਸਵੇਰੇ ਲਊਂ, ਰੱਖ ਤਾਂ ਦਿਆਂ, ਤੁਰੀ ਜਾਂਦੀ ਦੀਪੋ ਬੋਲੀ। ਤੇ ਦੀਪੋ ਮੁੜਦੀ ਹੋਈ ਸੁਭਾਤ ਦੀ ਕੁੰਡੀ ਵੀ ਲਾ ਆਈ। ਦੱਸ ਕੀ ਗੱਲਾਂ ਕਰਨੀਆਂ ਕਹਿੰਦਾ ਸੀ ਧੀਰਿਆ। ਦੀਪੋ ਨੇ ਉਹਦੀ ਮੰਜੀ ਦੀ ਬਾਹੀ ਤੇ ਪੈਰ ਰੱਖਦਿਆਂ ਕਿਹਾ, ਗੱਲਾਂ ਕੀ, ਉਹੀ ਭਾਬੀ, ਬਸ 2 ਘੜੀਆਂ ਬੈਠ ਜਾ। ਤੇਰੇ ਵਿਆਹ ਵੇਲੇ ਮੈਂ ਤੈਨੂੰ ਬਿਨਾਂ ਵੇਖੇ ਚਲਾ ਗਿਆ ਸੀ, ਬੜਾ ਜੀ ਕਰਦਾ ਰਿਹਾ ਭਾਬੀ ਤੈਨੂੰ ਵੇਖਣ ਨੂੰ। ਰਣਧੀਰ ਸਿੱਧਾ ਉਹਦੀਆਂ ਅੱਖਾਂ 'ਚ ਝਾਕ ਰਿਹਾ ਸੀ। ਤਾਂ ਹੀ ਛੇਤੀ ਆ ਗਿਆ ਹੋਏਗਾ, ਮੈਂ ਤਾਂ ਆਪ ਕਈ ਵਾਰ ਇਕੱਲੀ ਬੈਠੀ ਸੋਚਦੀ ਧੀਰਾ ਨਹੀਂ ਆਇਆ। ਦੀਪੋ ਨੇ ਰਣਧੀਰ ਦੀਆਂ ਅੱਖਾਂ ਦੀ ਤਾਬ ਨਾ ਝੱਲਦਿਆਂ ਨੀਵੀਂ ਪਾ ਲਈ। ਬਿੰਦ ਝੱਟ ਉਹ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਹੇ। ਫਿਰ ਦੀਪੋ ਬੋਲੀ, ਚੰਗਾ ਧੀਰਿਆ ਹੁਣ ਪੈ ਜਾ, ਅੱਧੀ ਰਾਤ ਹੋ ਗਈ, ਗੱਲਾਂ ਕੱਲ ਨੂੰ ਕਰਾਂਗੇ, ਤੂੰ ਆਪਣੇ ਮੰਜੇ ਤੇ ਜਾ ਪਈ। ਰਣਧੀਰ ਨੇ ਸਟੂਲ ਉੱਤੇ ਪਈ ਲਾਲਟਨ ਵੱਡੀ ਕਰ ਦਿੱਤੀ। ਰਾਤ ਪੂਰੀ ਤਰ੍ਹਾਂ ਚੁੱਪ ਸੀ। ਹਰਚੰਦ ਦੇ ਘੁਰਾੜਿਆਂ ਤੋਂ ਬਿਨਾਂ ਕੋਈ ਆਵਾਜ਼ ਨਹੀਂ ਸੀ ਆ ਰਹੀ। ਰਣਧੀਰ ਨੇ ਥੋੜੀ ਪੀਤੀ ਸੀ, ਹੁਣ ਉਹਨੂੰ ਲੱਗਿਆ ਜਿਵੇਂ ਉਹ ਵੀ ਉਤਰ ਗਈ ਹੋਵੇ। ਉਹਨੇ ਖੇਸ ਮੋਢਿਆਂ ਤੱਕ ਕਰ ਲਿਆ। ਸੁਭਾਤ 'ਚ ਘੁੱਪ ਹਨੇਰਾ ਸੀ। ਆਪਣਾ ਹੱਥ ਅੱਖਾਂ ਖੋਲ ਕੀਤਿਆਂ ਵੀ ਵਿਖਾਈ ਨਹੀਂ ਸੀ ਦਿੰਦਾ। ਜਿੱਥੇ ਇੱਕ ਦੀਪੋ ਦਾ ਮੰਜਾ ਸੀ, ਰਣਧੀਰ ਨੇ ਨਜ਼ਰ ਉੱਥੇ ਟਿਕਾਈ। ਉਹਨੂੰ ਲੱਗਿਆ ਜਿਵੇਂ ਦੀਪੋ ਦੀਆਂ ਦੋਵੇਂ ਅੱਖਾਂ ਦੀਵਿਆਂ ਵਾਂਗ ਬਲਦੀਆਂ ਉਹਨੂੰ ਦਿਸ ਰਹੀਆਂ ਹੋਣ ਤੇ ਮੁਸਕਰਾ ਰਹੀਆਂ ਹੋਣ। ਉਹਦਾ ਪਿੰਡਾ ਭਖ ਖੇਸ ਉਹਨੇ ਸਰੀਰ ਤੋਂ ਲਾ ਕੇ ਪੈਰਾਂ ਤੇ ਕਰ ਲਿਆ। ਕਿੰਨਾ ਚਿਰ ਉਹ ਘੁੱਪ ਹਨੇਰੀ ਸੁਭਾਤ 'ਚ ਜਗਮਗ ਦਿਸਦੀਆਂ ਤੇ ਮੁਸਕਰਾਉਂਦੀਆਂ ਉਹਨਾਂ ਅੱਖਾਂ ਵੱਲ ਇੱਕ ਟੱਕ ਵੇਖ। ਹਰਚੰਦ ਦੇ ਘੁਰਾੜਿਆਂ ਵਰਗੇ ਸਾਹਾਂ ਨੇ ਇਕਸਾਰ ਚੱਕੀ ਝੋਈ ਹੋਈ ਸੀ। ਕਦੇ ਉਹ ਨੱਕ ਵਿੱਚੋਂ ਫੁਰ ਫੁਰ ਕਰਦਾ, ਕਦੀ ਮੂੰਹ 'ਚੋਂ ਦੀ ਸਾਹ ਲੈਂਦਾ। ਸ਼ਰਾਬ ਨੇ ਹੌਲੀ ਹੌਲੀ ਚੜ੍ਹ ਕੇ ਉਹਨੂੰ ਗੁੱਟ ਕਰ ਦਿੱਤਾ ਸੀ। ਸਭ ਕੁਝ ਤੋਂ ਬੇਫਿਕਰ ਤੇ ਬੇਖਬਰ ਉਹ ਨਿਸ਼ਚਿੰਤ ਪਿਆ ਹੋਇਆ ਸੀ। ਰਣਧੀਰ ਦਾ ਉਹਦੇ ਉੱਤੇ ਦਿੱਤਾ ਹੋਇਆ ਖੇਸ ਉਸੇ ਤਰ੍ਹਾਂ ਉਹਦੇ ਮੋਢਿਆਂ ਤੱਕ ਪਿਆ ਸੀ। ਦੀਪੋ ਦੀ ਨੀਂਦ ਟਲ ਗਈ ਸੀ। ਉਹਦੀ ਆਦਤ ਸੀ ਜੇ ਕੁਵੇਲਾ ਹੋ ਜਾਏ ਤੇ ਨੀਂਦ ਇੱਕ ਵਾਰ ਜਾਂਦੀ ਰਹੇ ਫਿਰ ਛੇਤੀ ਛੇਤੀ ਨਹੀਂ ਸੀ ਆਉਂਦੀ। ਉਹਦੇ ਸਰੀਰ ਨੂੰ ਸ਼ਾਇਦ ਨੀਂਦ ਨਾ ਆਉਣ ਕਰਕੇ ਅਚਵੀ ਜੀ ਲੱਗ ਗਈ। ਕਦੀ ਉਹ ਪਾਸਾ ਕਰ ਲੈਂਦੀ, ਕਦੀ ਸਿੱਧੀ ਪੈ ਜਾਂਦੀ, ਕਦੇ ਉਹ ਖੇਸ ਖਿੱਚ ਲੈਂਦੀ, ਕਦੀ ਲਾਹ ਦਿੰਦੀ। ਕਈ ਵਾਰ ਉਹਨੂੰ ਲੱਗਿਆ ਜਿਵੇਂ ਰਣਧੀਰ ਉਹਦੇ ਮੰਜੇ ਦੀ ਬਾਹੀ ਤੇ ਆ ਬੈਠ। ਉਹ ਹੱਥ ਮਾਰ ਕੇ ਵੇਖਦੀ, ਉੱਤੇ ਕੋਈ ਵੀ ਨਹੀਂ ਸੀ ਹੁੰਦਾ। ਕਿੰਨਾ ਹੀ ਚਿਰ ਉਹ ਬੇਚੈਨੀ ਦੀ ਹਾਲਤ 'ਚ ਪਈ ਰਹੀ। ਉਹਦਾ ਅੰਗ ਅੰਗ ਟੁੱਟਣ ਲੱਗਿਆ, ਸ਼ਾਇਦ ਨੀਂਦ ਨਾ ਆਉਣ ਕਰਕੇ। ਸੁਭਾਤ ਦਾ ਕੁੰਡਾ ਖੁੱਲਿਆ। ਉਹਨੇ ਵੇਖਿਆ ਰਣਧੀਰ ਬਾਹਰ ਨਿਕਲ ਗਿਆ ਸੀ। 2 ਮਿੰਟਾਂ ਮਗਰੋਂ ਮੁੜਿਆ ਤੇ ਦੀਪੋ ਦੇ ਮੰਜੇ ਕੋਲ ਆ ਕੇ ਬੋਲਿਆ, ਭਾਬੀ ਪਤਾ ਨਹੀਂ ਉਪਰੀ ਥਾਂ ਕਰਕੇ ਨੀਂਦ ਹੀ ਨਹੀਂ ਆਉਂਦੀ। ਤੁਹਾਡੀ ਸੁਭਾਤ ਵਿੱਚ
ਵਿੱਚੋਂ ਤਾਂ ਨਾਲੇ ਉਹੀ ਡਰ ਲੱਗਦਾ। ਨੀਂਦ ਟਲ ਗਈ ਕਰਕੇ ਨਹੀਂ ਆਉਂਦੀ, ਆਪੇ ਆ ਜਾਓ, ਜਾ ਪੈ ਜਾ। ਤੇਰੇ ਬਾਈ ਨੂੰ ਜੇ ਗੱਲਾਂ ਕਰਦੇ ਸੁਣ ਗਏ ਪੰਗਾ ਖੜਾ ਹੋ ਜੂ। ਦੀਪੋ ਹੌਂਕਦਿਆਂ ਵਾਂਗ ਬੋਲੀ। ਉਹਦਾ ਸਾਹ ਚੜਿਆ ਪਿਆ ਸੀ, ਪਰ ਹਰਚੰਦ ਪਹਿਲਾਂ ਵਾਂਗ ਹੀ ਫੁਰ ਫੁਰ ਕਰ ਰਿਹਾ ਸੀ। ਰਣਧੀਰ ਨੇ ਦੀਪੋ ਦਾ ਹੱਥ ਫੜ ਕੇ ਆਪਣੇ ਮੱਥੇ ਨੂੰ ਲਾ ਲਿਆ। ਵੇਖ ਭਾਬੀ, ਮੈਨੂੰ ਤਾਂ ਆਪਣੇ ਆਪ ਚੋਂ ਸੇਕ ਆਉਂਦਾ, ਤਾਪ ਚੜ ਗਿਆ ਲੱਗਦਾ ਮੈਨੂੰ ਤਾਂ। ਦੀਪੋ ਨੇ ਹੱਥ ਨਾ ਛੁਡਾਇਆ। ਉਹ ਬਾਹੀ ਉੱਤੇ ਬੈਠੇ ਰਣਧੀਰ ਨੂੰ ਕਹਿਣ ਲੱਗੀ, ਤੇਰਾ ਮੱਥਾ ਤਾਂ ਸਗੋਂ ਠੰਡਾ ਪਿਆ ਹੈ। ਮੈਨੂੰ ਲੱਗਦਾ ਹੈ ਮੇਰੇ ਹੱਥ ਤੇਰੇ ਮੱਥੇ ਨਾਲੋਂ ਬਹੁਤੇ ਤੱਤੇ ਨੇ। ਤੇ ਫਿਰ ਜਦੋਂ ਸਹਿਜ ਸ਼ਾਂਤ ਹੋ ਕੇ ਦੀਪੋ ਨੇ ਸੌਂਦੇ ਜਾਂਦੇ ਰਣਧੀਰ ਨੂੰ ਝੰਜੋੜ ਕੇ ਆਪਣੇ ਨਾਲੋਂ ਉਠਾਉਂਦਿਆਂ ਉਹਦੇ ਆਪਣੇ ਮੰਜੇ ਤੇ ਭੇਜਿਆ, ਰਾਤ ਅੱਧੀ ਤੋਂ ਬਹੁਤੀ ਲੰਘ ਚੁੱਕੀ ਸੀ। ਸਵੇਰੇ ਦੀਪੋ ਉੱਠੀ ਤਾਂ ਉਹਨੂੰ ਆਪਣੇ ਅੰਦਰੋਂ ਮੁਸ਼ਕ ਤੇ ਸਰੀਰ ਚੋਂ ਅਲਕਤ ਆਈ। ਉਹਨੇ ਠਠੰਬਰੀ ਜਿਹੀ ਨੇ ਚਾਹ ਕਰਕੇ ਚੁੱਲ੍ਹੇ ਤੇ ਪਾਣੀ ਦਾ ਪਤੀਲਾ ਰੱਖ ਦਿੱਤਾ। ਆਪਣੀ ਚਾਹ ਉਹਨੇ ਛੋਟੀ ਗੜਵੀ 'ਚ ਪਾ ਕੇ ਕੌਲੀ ਨਾਲ ਢੱਕ ਕੇ ਚੁੱਲ੍ਹੇ ਮੂਹਰੇ ਭੁੱਬਲ ਤੇ ਰੱਖ ਦਿੱਤੀ। ਰਣਧੀਰ ਤੇ ਚੰਦ ਦੀ ਚਾਹ ਵੱਡੀ ਗੜਵੀ 'ਚ ਪਾ ਕੇ ਉਹਨਾਂ ਨੂੰ ਫੜਾ ਦਿੱਤੀ। ਦੀਪੋ ਪਾਣੀ ਤੱਤਾ ਰੱਖ ਦੇ, ਰਾਤ ਦਾ ਸਰੀਰ ਜਿਵੇਂ ਟੁੱਟਿਆ ਪਿਆ। ਪਹਿਲਾਂ ਨਹਾਵਾਂਗੇ, ਹਰਚੰਦ ਨੇ ਆਖਿਆ। ਪਾਣੀ ਪਤੀਲੇ 'ਚ ਤੱਤਾ ਰੱਖਿਆ ਪਿਆ। ਅੱਜ ਬੁੱਧਵਾਰ ਹੈ, ਮੈਂ ਸਿਰ ਨਹਾਉਣਾ ਹੈ, ਪਹਿਲਾਂ ਮੈਨੂੰ ਨਹਾ ਲੈਣ ਦਿਓ, ਨਾਲੇ ਤੁਹਾਡੀ ਦੋਵਾਂ ਦੀ ਚਾਹ ਪੀਤੀ ਨੂੰ ਬਿੰਦ ਝੱਟ ਹੋ ਜਾਊ, ਦੀਪੋ ਨੇ ਉੱਤਰ ਦਿੱਤਾ। ਦੀਪੋ ਨੇ ਵਿਹੜੇ 'ਚ ਖਲੋਤੀ ਨਿੰਮ ਤੋਂ ਦਾਤਨ ਤੋੜੀ ਤੇ ਧੁਰ ਸੰਗ ਤੱਕ ਫੇਰ ਛੱਡੀ। ਫਿਰ ਸੰਦੂਕ 'ਚੋਂ ਨਵੀਂ ਸਾਬਣ ਕੱਢ ਕੇ ਉਹ ਗਰਮ ਪਾਣੀ ਨਾਲ ਮਲ ਕੇ ਨਹਾਤੀ। ਫਿਰ ਉਹਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਹਨੇ ਨਾ ਦਾਤਨ ਕੀਤੀ ਹੋਵੇ, ਨਾ ਹੀ ਉਹ ਨਹਾਤੀ ਹੋਵੇ। ਅਜੇ ਵੀ ਉਹਨੂੰ ਆਪਣੇ ਅੰਦਰੋਂ ਮੁਸ਼ਕ ਤੇ ਪਿੰਡੇ 'ਚੋਂ ਅਲਕਤ ਆ ਰਹੀ ਸੀ। ਉਹ ਗੁਸਲਖਾਨੇ 'ਚੋਂ ਨਿਕਲੀ। ਹਰਚੰਦ ਤੇ ਰਣਧੀਰ ਵਿਹੜੇ 'ਚ ਬੈਠੇ ਗੱਲਾਂ ਕਰ ਰਹੇ ਸੀ। ਉਹਨੇ ਹਰਚੰਦ ਵੱਲ ਵੇਖਿਆ ਤੇ ਅੱਖਾਂ ਨੀਵੀਆਂ ਕਰ ਲਈਆਂ। ਉੱਪਰੇ ਮਰਦ ਦੇ ਮੇਲ ਦਾ ਅਹਿਸਾਸ ਉਹਦੇ ਅੰਦਰ ਬਾਹਰ ਲਿਪਿਆ ਗਿਆ ਸੀ ਤੇ ਹੁਣ ਰਗੜ ਕੇ ਉਤਾਰਿਆਂ ਵੀ ਉੱਤਰ ਨਹੀਂ ਸੀ ਰਿਹਾ। ਤੇ ਜਦੋਂ ਹਰਚੰਦ ਨਹਾਉਣ ਲੱਗ ਪਿਆ, ਦੀਪੋ ਨੇ 100 ਦਾ ਨੋਟ ਉਵੇਂ ਦਾ ਉਵੇਂ ਰਣਧੀਰ ਕੋਲ ਰੱਖਦਿਆਂ ਕਿਹਾ, ਲੈ ਰਣਧੀਰ, ਤੂੰ ਆਪਦੇ ਬਾਈ ਨਾਲ ਉਮਰ 'ਚ ਛੋਟਾ ਹੈ, ਤੇਰੀ ਮੂੰਹ ਵਿਖਾਈ ਨਹੀਂ ਮੈਂ ਰੱਖਣੀ। ਭਾਬੀ ਕੁਛ ਤਾਂ ਰੱਖ, ਸਾਰੇ ਮੋੜਨ ਦੀ ਕੋਈ ਗੱਲ ਹੋਈ? ਰਣਧੀਰ ਨੇ ਨੋਟ ਫਿਰ ਦੀਪੋ ਵੱਲ ਕੀਤਾ। ਨਹੀਂ, ਇਹ ਕੋਈ ਰਾਹ ਹੈ? ਮੈਂ ਨਹੀਂ ਕੁਛ ਵੀ ਲੈਣਾ। ਦੀਪੋ ਇਹ ਆਖਦਿਆਂ ਹੋਰ ਕੁਛ ਕਹੇ ਸੁਣੇ ਬਿਨਾਂ ਰਾਤ ਦੇ ਝੂਠੇ ਭਾਂਡੇ ਧੋਣ ਮਾਂਜਣ ਜਾ ਲੱਗੀ। ਉਹਦਾ ਦਿਲ ਕਰ ਰਿਹਾ ਸੀ ਰਣਧੀਰ ਵੀ ਉਹਨੂੰ ਉਹਦਾ ਨਿਸ਼ਾਨੀ ਵਜੋਂ ਦਿੱਤਾ ਕਰੋਸ਼ੀਏ ਵਾਲਾ ਰੁਮਾਲ ਮੋੜ ਦੇਵੇ। ਧੰਨਵਾਦ।